ਸਾਡੇ ਪੀਐਮ ਨੇ ਨਾ ਮਨ ਕੀ ਬਾਤ 'ਚ ਇੱਕ ਵਾਰੀ ਕਿਹਾ ਸੀਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰਨਗੀਆਂ ਕਿ ਅਸੀਂ ਕਿਸ ਤਰ੍ਹਾਂ ਕਰੋਨਾ ਤੇ ਕਾਬੂ ਪਾਇਆ। ਤੇ ਕੀ ਹੁਣ ਅਸੀਂ ਮਾਣ ਕਰੀਏ ਵੀ ਅਸੀਂ ਪਹਿਲੇ ਨੰਬਰ ਤੇ ਆ ਗਏ? ਮਾਣ ਇਹ ਕਰਾਂਗੇ ਵੀ ਚੋਣਾਂ ਹੋ ਰਹੀਆਂ ਸੀਗੀਆਂ, ਸਕੂਲ ਬੰਦ ਸੀਗੇ, ਠੇਕੇ ਚਾਲੂ ਸੀਗੇ, ਪ੍ਰੀਖਿਆਵਾਂ ਬੰਦ ਸੀਗੀਆਂ, ਇਹਨਾਂ ਗੱਲਾਂ ਤੇ ਜ਼ਰੂਰ ਮਾਣ ਕਰਾਂਗੇ। ਸੈਂਟਰ ਗਵਰਨਮੈਂਟ ਨੇ ਅੰਕੜੇ ਜਾਰੀ ਕੀਤੇ ਸੀਗੇ ਵੀ ਪੰਜਾਬ ਦੇ ਕਿਸਾਨਾਂ ਨੂੰ, ਤੇ ਕੀ ਗੱਲ ਹਰਿਆਣੇ ਦੇ ਵਿੱਚ ਸਿੱਧੀ ਅਦਾਇਗੀ ਨਹੀਂ ਸ਼ੁਰੂ ਹੋਈ? ਉਹਦਾ ਅੰਕੜਾ ਕਿਉਂ ਨਹੀਂ ਦਿੱਤਾ ਨਾਲ? ਉਹ ਤਾਂ ਪਹਿਲਾਂ ਹੀ ਕੱਛਾਂ ਵਜਾਉਂਦੇ ਸੀ ਵੀ ਸਾਡੇ ਪਹਿਲਾਂ ਸ਼ੁਰੂ ਹੋ ਗਈ ਆ, ਤੇ ਉਹਨਾਂ ਦਾ ਅੰਕੜੇ ਨਹੀਂ ਦਿੱਤੇ। ਤੇ ਫੋਕਸ ਉਹਨਾਂ ਦਾ ਪੰਜਾਬ ਦੇ ਕਿਸਾਨਾਂ ਤੇ ਹੀ ਆ ਵੀ ਤੁਸੀਂ ਨਾਰਾਜ਼ ਬੈਠੇ ਆ, ਅਸੀਂ ਦੇਖੋ ਤੁਹਾਨੂੰ ਸਿੱਧੀ ਅਦਾਇਗੀ ਕਰ ਰਹੇ ਆ। ਸਿੱਟ ਦੇ ਵਿੱਚੋਂ ਹਟਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਦੇਖਿਆ ਕਿ ਹੁਣ ਮੌਕਾ, ਤੇ ਉਹਨਾਂ ਨੇ ਫਟਾਫਟ ਅਸਤੀਫਾ ਜਾਂ ਪ੍ਰੀ ਮੈਚੁਰ ਰਿਟਾਇਰਮੈਂਟ ਦੀ ਗੱਲ ਕਰ ਲਈ। ਜਦੋਂ ਉਹਦਾ ਘਟਨਾਕ੍ਰਮ ਹੋਰ ਤੁਰਿਆ ਗਾਹਾਂ, ਰਾਜਪਾਲ ਨੂੰ ਮਿਲ, ਸਪੀਕਰ ਨੂੰ ਮਿਲ, ਕਿਤੇ ਨਾ ਕਿਤੇ ਸਿਆਸੀ ਆਗੂਆਂ ਨਾਲ ਵੀ ਗੱਲ ਚੱਲ, ਤੇ ਜਦੋਂ ਇਦਾਂ ਦੀ ਗੱਲ ਚੱਲੀ ਤਾਂ ਫਿਰ ਆਪਣੇ ਆਪ ਮਨ 'ਚ ਖੜਕਦਾ ਵੀ ਇਹ ਬੰਦਾ ਵੀ ਹੁਣ ਸਿਆਸਤ 'ਚ ਆਉਣ ਦੀ ਤਿਆਰੀ। ਉਹ ਦੌੜ ਕੇ ਉਹਦੇ ਕੋਲ ਜਾਂਦਾ ਵੀ ਮੇਰੀ ਮਾਂ ਮਰਨ ਵਾਲੀ ਆ, ਉਹਦੇ ਲਈ ਸਿਲੰਡਰ ਦਾ ਪ੍ਰਬੰਧ ਕਰਕੇ ਦਿਓ। ਤੇ ਉਤੋਂ ਮੰਤਰੀ ਸਾਹਿਬ ਕਹਿੰਦੇ ਆ ਐਸੇ ਬਾਤ ਕਰੇਗਾ ਤਾਂ ਦੋ ਖਾਏਗਾ। ਵੱਡੇ ਵੱਡੇ ਹਸਪਤਾਲ ਆ, ਵੱਡੇ ਵੱਡੇ ਡਾਕਟਰ ਆ, ਇੱਕ ਵਾਰੀ ਕੋਈ ਮੰਤਰੀ ਐਮਪੀ ਐਮਐਲਏ ਚਲੇ ਜਾਵੇ ਹਸਪੀਟਲ, ਡਾਕਟਰ ਇੱਕ ਕੀ 10-10 ਮਗਰ ਘੁੰਮਣਗੇ ਵੀ ਕੁਝ ਹੋ ਨਾ ਜਾਵੇ ਸਾਡੇ ਹਸਪੀਟਲ 'ਚ। ਤੇ ਗਰੀਬ ਆਪਣੀ ਮਾਂ ਲਈ ਆਕਸੀਜਨ ਮੰਗੇ ਤੇ ਉਹਨੂੰ ਕਹਿੰਦੇ 2 ਵਜਣੀਆਂ। ਉਹਨੂੰ ਜਵਾਬ ਆ ਮਿਲਦਾ। ਅਸੀਂ ਸਿਆਸਤ ਨੂੰ ਭੰਡ ਰਹੇ ਆ, ਸਿਆਸੀ ਆਗੂਆਂ ਨੂੰ ਭੰਡ ਰਹੇ ਆ, ਪਰ ਲੋਕ ਵੀ ਸਿਆਣੇ ਨਹੀਂ ਆ। ਉਹ ਹਾਲੇ ਵੀ ਵਿਆਹ ਕਰ ਰਹੇ ਨੇ, ਇਕੱਠ ਕਰ ਰਹੇ ਨੇ। ਜਦੋਂ ਤਾਂ ਉਹ ਪੱਛਮੀ ਬੰਗਾਲ ਦੀਆਂ ਰੈਲੀਆਂ ਦੇਖਦੇ ਆ, ਫਿਰ ਉਹ ਕਹਿੰਦੇ ਵੀ ਦੇਖੋ ਘੱਟੋ ਘੱਟ ਇਕੱਠ ਇਹ 10,000 ਦਾ ਹੋਣਾ ਹੀ ਆ। ਤੇ ਫਿਰ ਉੱਥੇ ਸਵਾਲ ਖੜਾ ਕਰ ਦਿੰਦੇ ਇੱਥੇ ਕਿੱਥੇ ਆ ਕਰੋਨਾ? ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕਰੋਨਾ ਨੇ ਪੂਰੇ ਵਿਸ਼ਵ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ। ਭਾਰਤ ਸਾਰੇ ਦੇਸ਼ਾਂ ਨੂੰ ਪਛਾੜ ਕੇ ਨੰਬਰ 1 ਤੇ ਆ ਗਿਆ ਹੈ। ਕਰੋਨਾ ਦੇ ਮਰੀਜ਼ ਵਧ ਰਹੇ ਨੇ, ਪਰ ਟੀਕਿਆਂ ਦੀ ਉਪਲਬਧਤਾ ਘਟ ਰਹੀ ਹੈ। ਆਕਸੀਜਨ ਦੀ ਕਿੱਲਤ ਸਾਡੇ ਦੇਸ਼ ਵਿੱਚ ਆ ਗਈ ਹੈ। ਹਾਈ ਕੋਰਟ ਹੁਣ ਆਕਸੀਜਨ ਦੀ ਕਿੱਲਤ ਨੂੰ ਲੈ ਕੇ ਕੀ ਹੁਕਮ ਸੁਣਾ ਰਿਹਾ ਹੈ? ਸਾਡੇ ਨੇਤਾ ਜਿਹੜੇ ਦਿਨੇ ਰੈਲੀਆਂ ਕਰਦੇ ਨੇ ਤੇ ਰਾਤ ਨੂੰ ਕਰੋਨਾ ਨੂੰ ਲੈ ਕੇ ਸਾਨੂੰ ਮੱਤਾਂ ਦਿੰਦੇ ਨੇ। ਉਧਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦੇ ਕੇ ਕਸੂਤੀ ਆਪਣੀ ਜਾਨ ਫਸਾ ਲਈ ਹੈ। ਇਹਨਾਂ ਸਾਰੇ ਮੁੱਦਿਆਂ ਤੇ ਅੱਜ ਵਿਸਥਾਰ 'ਚ ਤੁਹਾਡੇ ਨਾਲ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ ਸਾਂਝੇ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ, ਸਵਾਗਤ ਕਰਦੇ ਹਾਂ ਜੀ। ਸ਼ੁਕਰੀਆ ਜੀ। ਸਭ ਤੋਂ ਚਿੰਤਾਜਨਕ ਮੁੱਦੇ ਦੀ ਗੱਲ ਕਰਦੇ ਹਾਂ ਸ਼ੇਰਗਿੱਲ ਸਾਹਿਬ, ਇਸ ਵੇਲੇ ਕਰੋਨਾ ਦੀ ਗੱਲ ਕਰਦੇ ਹਾਂ। ਕੀ ਹੈ ਮੌਜੂਦਾ ਸਥਿਤੀ? ਕਰੋਨਾ ਦੀ ਮੌਜੂਦਾ ਸਥਿਤੀ ਬਹੁਤ ਭਿਆਨਕ ਦ੍ਰਿਸ਼ ਜਿਹੜੇ ਆ ਉਹ ਮੰਜ਼ਰ ਦੇਖਣ ਨੂੰ ਮਿਲ ਰਹੇ ਆ। ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੇ ਆ ਉਹ ਅਨੇਕਾਂ ਹੀ ਸਿਵੇ ਬਲਦੇ ਨਜ਼ਰ ਆਉਂਦੇ ਆ ਜੀ। ਜੇ ਆਪਾਂ ਯੂਪੀ ਦੀ ਗੱਲ ਕਰੀਏ ਜਾਂ ਗੁਜਰਾਤ ਦੀ ਗੱਲ ਕਰੀਏ ਜਾਂ ਛੱਤੀਸਗੜ੍ਹ ਦੀ, ਉਹ ਦੇਖਿਆ ਹੀ ਮਤਲਬ ਐਡਾ ਹੌਲਨਾਕ ਦ੍ਰਿਸ਼ ਨਜ਼ਾਰਾ ਜੋ ਦੇਖਣ ਨੂੰ ਮਿਲਦਾ ਹੈ, ਬੰਦਾ ਬਦੋ ਬਦੀ ਜਿਹੜਾ ਉਹਦਾ ਮਨ ਗੱਜ ਭਰਿਆ ਆਉਂਦਾ। ਬਿਲਕੁਲ। ਇਹੋ ਜਿਹੀ ਸਥਿਤੀ ਲਈ ਜ਼ਿੰਮੇਵਾਰ ਕੌਣ ਆ, ਇਹ ਤਾਂ ਬਾਅਦ ਦੀ ਗੱਲ ਆ, ਪਰ ਜਿਹੜਾ ਦੇਸ਼ ਦਾ ਇਸ ਵੇਲੇ ਹੈਲਥ ਸਿਸਟਮ ਆ ਪੂਰੀ ਤਰ੍ਹਾਂ ਫੇਲ ਹੋ ਗਿਆ। ਇਹਨਾਂ ਨੇ ਕੋਈ ਤਿਆਰੀ ਨਹੀਂ ਕੀਤੀ, ਪਿਛਲੇ ਸਾਲ ਤੋਂ ਸਬਕ ਕੁਛ ਨਹੀਂ ਲਿਆ। ਬਿਲਕੁਲ। ਰੌਲਾ ਜ਼ਰੂਰ ਪਾਉਂਦੇ ਰਹੇ ਵੀ ਕਰੋਨਾ ਨੂੰ ਅਸੀਂ ਆਹ ਕਰ ਦਿੱਤਾ, ਉਹ ਕਰ ਦਿੱਤਾ। ਜਦੋਂ ਸਟਾਰਟਿੰਗ ਪੁਆਇੰਟ ਦੇ ਵਿੱਚ 500,000 ਸਿਰਫ ਕੇਸ ਆਏ ਸੀਗੇ ਤਾਂ ਪੂਰੇ ਦੇਸ਼ ਨੂੰ ਲਾਕਡਾਊਨ ਦੇ ਵਿੱਚ ਜਕੜ ਲਿਆ ਸੀਗਾ। ਹੁਣ ਲੱਖਾਂ ਦੇ ਗਿਣਤੀ 'ਚ ਕੇਸ ਆ ਰਹੇ ਆ, ਤੇ ਆਪ ਜਿਵੇਂ ਤੁਸੀਂ ਦੱਸਿਆ ਵੀ ਰੈਲੀਆਂ ਦਿਨੇ ਤੇ ਰਾਤ ਵੇਲੇ ਆ ਕੇ ਰਿਵਿਊ ਮੀਟਿੰਗਾਂ ਕਰ ਕਰਕੇ ਨਵੀਆਂ ਗਾਈਡਲਾਈਨਾਂ ਜਾਰੀ ਕਰ ਦਿੱਤੀਆਂ। ਇਹ ਕਿਹੋ ਜਿਹੇ ਹਾਲਾਤ ਜਿਹੜੇ ਇਹਨਾਂ ਨੇ ਪੈਦਾ ਕਰ ਦਿੱਤੇ ਆ, ਇਹ ਮੈਂ ਕਹਿੰਦਾ ਸਿਆਸੀ ਆਗੂ ਹੀ ਖੁਦ ਜ਼ਿੰਮੇਵਾਰ ਹੋਣੇ ਚਾਹੀਦੇ ਆ, ਜਿਨ੍ਹਾਂ ਨੇ ਇਹਦੀ ਗੰਭੀਰਤਾ ਨੂੰ ਕਦੇ ਲਿਆ ਹੀ ਨਹੀਂ। ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਚੀਜ਼ ਵੱਲ ਨੂੰ ਵੀ ਕਦੇ ਗੰਭੀਰ ਹੋਏ ਆ। ਜੇ ਆਪਾਂ ਮਸਲੇ ਬਹੁਤ ਆ ਜੀ, ਸਭ ਤੋਂ ਵੱਡਾ ਮਸਲਾ ਜਿਹੜਾ ਹੈ ਮਨੁੱਖੀ ਜਾਨਾਂ ਦਾ ਸੀਗਾ, ਜਿਹਨੂੰ ਇਹਨਾਂ ਨੇ ਸਹਿਜਤਾ ਨਾਲ ਲੈ ਲਿਆ ਵੀ ਕੋਈ ਗੱਲ ਨਹੀਂ, ਜਿਵੇਂ ਆਪਾਂ ਪਹਿਲਾਂ ਮਾਤ ਦੇਤੀ ਹੁਣ ਵੀ ਦੇ ਦਾਂਗੇ। ਪਰ ਉਹ ਕੁਦਰਤ ਨੇ ਦਿਖਾ ਦਿੱਤਾ ਵੀ ਤੁਹਾਡੇ ਜਿਹੜਾ ਸਿਸਟਮ ਜੋ ਵੀ ਹੈਗਾ ਨਾ ਸਿਹਤ ਵਾਲਾ, ਉਹ ਬਿਲਕੁਲ ਤਹਿਸ ਨਹਿਸ ਆ। 1 ਸਾਲ ਦੇ ਵਿੱਚ ਵੀ ਤੁਸੀਂ ਕੁਝ ਨਹੀਂ ਉਭਰ ਸਕੇ। ਬੇਸ਼ੱਕ PM ਕੇਅਰ ਫੰਡ 'ਚ ਲੱਖਾਂ ਕਰੋੜਾਂ ਅਰਬਾਂ ਰੁਪਏ ਆ ਗਏ ਆ, ਉਹਦੀ ਵਰਤੋਂ ਕਿੱਥੇ ਕੀਤੀ, ਕਿਵੇਂ ਕੀਤੀ, ਕੋਈ ਦੱਸਣਯੋਗ ਹੈ? ਕਿਸੇ ਨੇ ਦੱਸਿਆ ਵੀ ਤੁਸੀਂ ਉਹ ਵੈਂਟੀਲੇਟਰ ਜਦ ਦੀ ਲੋੜ ਪਿਛਲੇ ਸਾਲ ਸੀਗੀ ਉਹ ਕਿੰਨੇ ਹੋਰ ਮੰਗਾਏ ਆ? ਕਿਸੇ ਨੂੰ ਦੱਸਿਆ ਤੁਸੀਂ ਵੀ ਜਿਹੜੇ ਪਲਾਂਟ ਆ ਆਕਸੀਜਨ ਦੇ ਕਿਤੇ ਬਹੁਤ ਘਾਟ ਸੀ ਪਿਛਲੇ ਸਾਲ ਦੇ, ਉਹ ਹੁਣ ਗਾਹਾਂ ਹੋਰ ਘਾਟ ਉਸੇ ਤਰ੍ਹਾਂ ਮਹਿਸੂਸ ਹੋ ਰਹੀ ਆ? ਉਹਦੇ ਲਈ ਕੀ ਕੀਤਾ ਆ? ਕਹਿ ਦੇਣਾ, ਬਣਾਉਣਾ ਕੁਛ ਨਹੀਂ, ਤੇ ਕਾਗਜ਼ਾਂ 'ਚ ਪਤਾ ਨਹੀਂ ਕਿਵੇਂ ਪੂਰਤੀ ਕਰਦੇ ਆ, ਤੇ ਰੱਬ ਜਾਣੇ ਆ। ਪਰ ਇਸ ਵੇਲੇ ਜਿਹੜੇ ਸਭ ਤੋਂ ਵੱਡੀ ਕੁੜੀਕੀ 'ਚ ਜਾਨ ਫਸੀ ਆ ਉਹ ਆਮ ਜਨਤਾ ਦੀ ਆ। ਬਿਲਕੁਲ। ਦੁਨੀਆ ਤਰਾ ਕਰ ਰਹੀ ਆ। ਹਸਪੀਟਲਾਂ ਦੇ ਵਿੱਚ ਬੈੱਡ ਹੈ ਨਹੀਂ, ICU ਦੇ ਵਿੱਚ ਆਕਸੀਜਨ ਹੈ ਨਹੀਂ, ਵੈਂਟੀਲੇਟਰ ਹੈ ਨਹੀਂ।
ਇੱਥੋਂ ਤੱਕ ਕਿ ਲੋਕ ਮਜਬੂਰ ਹੋ ਗਏ ਆ ਵੀ ਹਸਪੀਟਲ 'ਚ ਜਿਹੜਾ ਆਪਣਾ ਬੰਦਾ ਕੋਈ ਆਪਣਾ ਨੇੜਲਾ ਸਾਖੀ ਸਕਾ ਸੰਬੰਧੀ ਮਾਂ ਪਿਓ ਕੁਝ ਵੀ ਭੈਣ ਭਰਾ ਜੇ ਉੱਥੇ ਮਰਨਾ ਛੱਡਣਾ ਉਹਦੇ ਨਾਲੋਂ ਹਸਪੀਟਲ 'ਚੋਂ ਘਰ ਲੈ ਆਈਏ। ਦਿੱਲੀ ਦੇ ਇੱਕ ਹਸਪੀਟਲ ਦੀ ਗੱਲ ਆ, ਇੱਕ ਸ਼ਖਸ ਨੇ ਦੇਖਿਆ ਵੀ 7 ਦਿਨ ਹੋ ਗਏ ਉਹਦਾ ਪਿਓ ਹਸਪੀਟਲ 'ਚ ਦਾਖਲ ਸੀ ਜੀ, ਉਹਨੂੰ ਕੋਈ ਰਿਪੋਰਟ ਨਹੀਂ ਦੇ ਰਿਹਾ ਸੀਗਾ ਵੀ ਕੀ ਸਥਿਤੀ ਆ ਉਹਦੇ ਬਾਰੇ, ਕੀ ਹੈ, ਕਿੱਦਾਂ ਆ, ਉਹ ਕੀ ਖਾ ਰਿਹਾ ਜਾਂ ਕੀ ਦਵਾਈ ਦੇ ਰਹੀ ਆ ਜੀ, ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ। ਉਹਨੇ ਫਿਰ ਹਾਰ ਕੇ ਕਿਹਾ ਵੀ ਭਾਈ ਮੈਂ ਤਾਂ ਆਪਣੇ ਪਿਓ ਨੂੰ ਘਰ ਲੈ ਜਾਣਾ। ਉਹ ਤਾਂ 6-7 ਦਿਨ ਦਾ ਖਾਧਾ ਕੁਛ ਨਹੀਂ, ਬਾਕੀ ਦੇ ਨਾਲ ਦੇ ਬੈੱਡ ਸਾਰੇ ਚੜਾਈ ਕਰ ਗਏ, ਉਹ ਇਕੱਲਾ ਰਹਿ ਗਿਆ ਉੱਥੇ। ਇਕੱਲੇ ਰਹਿਣ ਕਰਕੇ ਉਹਦਾ ਪਰੇਸ਼ਾਨ ਹੋ ਜਾਂਦਾ। ਜਦੋਂ ਨਾਲ ਦੇ ਬੈੱਡ ਤੇ ਆਮ ਦਿਨਾਂ ਦੇ ਵਿੱਚ ਵੀ ਆਪਾਂ ਦੇਖੀਏ ਨਾ ਹਸਪੀਟਲਾਂ ਦੇ ਵਿੱਚ ਜਿਹੜੇ ਕ੍ਰਿਟੀਕਲ ਕੇਅਰ ਹੁੰਦੇ ਆ ਜਿਹੜੀ ਯੂਨਿਟ, ਉਹਨਾਂ ਵਿੱਚ ਜੇ ਕੋਈ ਨਾਲ ਦੇ ਬੈੱਡ ਵਾਲਾ ਕੋਈ ਮਰੀਜ਼ ਚੜਾਈ ਕਰ ਜਾਂਦਾ ਸੀਗਾ ਤੇ ਉਹਦੇ ਨਾਲ ਪਿਆ ਮਰੀਜ਼ ਉਹਦੇ ਮਨ 'ਚ ਵੀ ਡਰ ਬੈਠ ਜਾਂਦਾ ਸੀ। ਤੇ ਹੁਣ ਤਾਂ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੀਆਂ ਕੁ ਗਿਣਤੀ ਦੀਆਂ ਇਹੋ ਜਿਹੀਆਂ ਲਾਸ਼ਾਂ ਜਿਹੜੀਆਂ ਹਸਪੀਟਲ 'ਚ ਨਿਕਲਦੀਆਂ ਆ। ਇਹਨਾਂ ਸਾਰਿਆਂ ਲਈ ਜ਼ਿੰਮੇਵਾਰ ਕੌਣ ਆ? ਇਹ ਸਿਆਸੀ ਆਗੂਆਂ ਨੂੰ ਸਿਵਾਏ ਆਪਣੀ ਸਿਆਸਤ ਚਮਕਾਉਣ ਤੋਂ ਹੋਰ ਕੋਈ ਵੀ ਕੰਮ ਨਹੀਂ ਸੀਗਾ। ਤੇ ਜਦੋਂ ਸਾਰਾ ਕੁਝ ਨਿਬੜ ਜਾਂਦਾ ਫਿਰ ਕਹਿੰਦੇ ਵੀ ਹੁਣ ਆਕਸੀਜਨ ਦੀ ਸਪਲਾਈ ਅਸੀਂ ਉਦਯੋਗਾਂ ਨੂੰ ਵੀ ਬੰਦ ਕਰ ਦਿਆਂਗੇ, ਫਿਰ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਇੱਕ ਸਟੇਟ ਤੁਹਾਨੂੰ ਕਹਿ ਰਿਹਾ ਵੀ ਸਾਡੇ ਕੋਲ ਆਕਸੀਜਨ ਹੈ ਨਹੀਂ, ਦੂਸਰਾ ਸਟੇਟ ਉਹਦੇ ਤੇ ਆਕਸੀਜਨ ਦੀ ਸਪਲਾਈ ਆ ਰਹੀ ਰਸਤੇ 'ਚ ਰੋਕ ਰਿਹਾ। ਕਿਹੋ ਜਿਹਾ ਤੁਸੀਂ ਇੱਕ ਰਾਸ਼ਟਰ ਇੱਕ ਦੇਸ਼ ਬਣਾਉਣ ਤੁਰੇ ਆ। ਦਿੱਲੀ ਦੀ ਗੱਲ ਕਰੀਏ, ਦਿੱਲੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਹਰਿਆਣੇ ਤੋਂ ਆਕਸੀਜਨ ਨਹੀਂ ਆਉਣ ਦੇ ਰਹੇ ਜੀ ਹਰਿਆਣੇ ਵਾਲੇ। ਇਹ ਕੀ ਗੱਲ ਪਈ? ਜਿਹੜੇ ਦਿੱਲੀ ਵਾਸੀ ਆ ਉਹ ਦੇਸ਼ ਦੇ ਹਿੱਸਾ ਨਹੀਂ ਹੈ? ਜਾਂ ਜਿਹੜਾ ਦਿੱਲੀੋਂ ਗਾਂ ਮੰਨ ਲਓ ਮਹਾਰਾਸ਼ਟਰ ਭੇਜਣਾ ਆ ਜਾਂ ਹੋਰ ਕਿਸੇ ਸਟੇਟ 'ਚ ਭੇਜਣਾ ਆ, ਤੇ ਇਹਦੇ ਵਿੱਚ ਇਹ ਦੋ ਰਾਵਾਂ ਕਿੱਥੋਂ ਆ ਗਈਆਂ ਵੀ ਨਹੀਂ ਜੀ ਉਹ ਸਰਕਾਰ ਜਿਹੜੀ ਸਾਡੀ ਨਹੀਂ ਹੈਗੀ, ਅਸੀਂ ਉਧਰ ਤਵੱਜੋ ਘੱਟ ਜਾਣੀ ਆ, ਜਿੱਧਰ ਸਾਡੀ ਸਰਕਾਰ ਆ ਤਵੱਜੋ ਘੱਟ ਜਾਣੀ ਆ। ਤੁਹਾਡੀ ਆਪਣੀ ਜਿੱਥੇ ਸਰਕਾਰ ਆ ਤੁਸੀਂ ਉੱਥੋਂ ਤਾਂ ਅੰਕੜੇ ਨਹੀਂ ਆਉਣ ਦੇ ਰਹੇ ਵੀ ਉੱਥੇ ਹਾਲਾਤ ਕੀ ਆ, ਤੁਸੀਂ ਪੇਸ਼ ਹੀ ਨਹੀਂ ਹੋਣ ਦੇ ਰਹੇ। ਲੋਕਾਂ ਨੂੰ ਪਤਾ ਹੀ ਨਹੀਂ ਵੀ ਇਸ ਵੇਲੇ ਯੂਪੀ 'ਚ ਕੀ ਹਾਲ ਆ, ਕਿਸੇ ਨੂੰ ਪਤਾ ਹੀ ਨਹੀਂ ਵੀ ਗੁਜਰਾਤ 'ਚ ਕੀ ਹੋ ਰਿਹਾ, ਤੇ ਜਿੱਥੇ ਹੋ ਰਿਹਾ ਤੁਹਾਡੇ ਸਾਹਮਣੇ ਰੱਖਦੇ ਆ ਤਾਂ ਤੁਸੀਂ ਇਹਨਾਂ ਨੂੰ ਕਹਿੰਦੇ ਡਰਾਮਾ ਕਰਦੇ ਆ। ਸੋ ਇਸ ਵੇਲੇ ਜਿਹੜੇ ਹਾਲਾਤ ਆ ਨਾ, ਆਕਸੀਜਨ ਦੀ ਬਹੁਤ ਜ਼ਿਆਦਾ ਕਿੱਲਤ ਆ, ਔਰ ਆਕਸੀਜਨ ਦੀ ਜਿਹੜੀ ਮਾਤਰਾ ਜਿਹੜੀ ਕੁਆਂਟੀਟੀ ਉਹ ਤੈਅ ਕਰਨੀ ਹੁੰਦੀ ਸੈਂਟਰਾਂ ਨੇ। ਸੈਂਟਰ ਨੇ ਤੈਅ ਕਰਕੇ ਦੱਸਣਾ ਹੁੰਦਾ ਵੀ ਇਸ ਸਟੇਟ ਨੂੰ ਇੰਨੇ ਆਕਸੀਜਨ ਦੀ ਲੋੜ ਆ, ਇੰਨੀ ਭੇਜੀ ਜਾਣੀ ਆ। ਦਿੱਲੀ ਵਾਲਾ ਪਿੱਟ ਕੇ ਥੱਕ ਗਿਆ ਵੀ ਮੇਰੀ ਜਿਹੜੀ ਜਿੰਨੀ ਮੈਨੂੰ ਕੋਟਾ ਰੱਖਿਆ ਆ ਉਨਾ ਹੀ ਭੇਜ ਦਿਓ, ਪਰ ਉਹਨਾਂ ਕੋਟਾ ਵੀ ਨਹੀਂ ਗਿਆ। ਹਾਰ ਕੇ ਫਿਰ ਹਾਈ ਕੋਰਟ ਦਿੱਲੀ ਦੇ ਨੇ ਇਹ ਦਬਕਾ ਮਾਰਿਆ ਵੀ ਸਾਨੂੰ ਨਹੀਂ ਪਤਾ, ਜਿੱਦਾਂ ਮਰਜ਼ੀ ਹੋਵੇ ਆਕਸੀਜਨ ਦੀ ਸਪਲਾਈ ਦਿੱਲੀ ਨੂੰ ਪੂਰੀ ਕਰਕੇ ਦਿਓ, ਨਹੀਂ ਤਾਂ ਫਿਰ ਦੇਖ ਲਓ ਵੀ ਹਾਲਾਤ ਜਿਵੇਂ ਦੇ ਹੋਣ ਬਣੇ ਆ ਇਹ ਤੋਂ ਵੀ ਬਦਤਰ ਬਣ ਜਾਣੇ ਆ। ਫਿਰ ਕਿਤੇ ਜਾ ਕੇ ਕੇਂਦਰ ਜਾਗਿਆ ਤੇ ਹੁਣ ਇਹ ਚੰਗੀ ਗੱਲ ਹੈ ਰਾਹਤ ਵਾਲੀ ਵੀ ਦਿੱਲੀ ਸਰਕਾਰ ਨੂੰ, ਦਿੱਲੀ ਦੇ ਲੋਕਾਂ ਨੂੰ ਆਕਸੀਜਨ ਮਿਲਣੀ ਸ਼ੁਰੂ ਹੋ ਗਈ ਆ। ਔਰ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦਾ ਔਰ ਹਾਈ ਕੋਰਟ ਦਾ ਧੰਨਵਾਦ ਵੀ ਕੀਤਾ ਆ। ਇਸ ਦੇ ਵਿੱਚ ਆਪਾਂ ਇਹ ਵੀ ਦੇਖਦੇ ਆ ਵੀ ਹਾਲਾਤ ਕਿੰਨੇ ਬਦਤਰ ਹੋਣਗੇ ਜਿਹੜੀਆਂ ਕਿ ਅਦਾਲਤਾਂ ਨੂੰ ਦਖਲ ਦੇਣਾ ਪੈ ਰਿਹਾ। ਤੇ ਹਾਈ ਕੋਰਟ ਤੇ ਇਹ ਵੀ ਕਹਿ ਰਹੀ ਹੈ ਕਿ ਸ਼ਰਮਨਾਕ ਗੱਲ ਹੈ ਕਿ ਸਟੀਲ ਪਲਾਂਟ ਚੱਲ ਰਹੇ ਨੇ ਤੇ ਮੈਡੀਕਲ ਆਕਸੀਜਨ ਦੀ ਕਿੱਲਤ ਹੈ। ਇਹ ਤੇ ਇਸੇ ਕਰਕੇ ਆ ਵੀ ਹਾਲਾਤ ਕਿੰਨੇ ਬਦਤਰ ਹੋ ਗਏ ਆ ਵੀ ਅਦਾਲਤਾਂ ਨੂੰ ਦਖਲ ਦੇਣਾ ਪੈ ਰਿਹਾ। ਇੱਕ ਹਾਈ ਕੋਰਟ ਨਹੀਂ, ਦੇਸ਼ ਦੀਆਂ 6 ਹਾਈ ਕੋਰਟਾਂ ਦੇ ਵਿੱਚ ਕਰੋਨਾ ਨਾਲ ਸੰਬੰਧਿਤ ਇਹੋ ਜਿਹੇ ਮਾਮਲੇ ਚੱਲ ਰਹੇ ਆ ਜਿਨ੍ਹਾਂ ਦੀ ਸੁਣਵਾਈ ਚੱਲ ਰਹੀ ਆ, ਚਾਹੇ ਆਕਸੀਜਨ ਦੀ ਆ, ਚਾਹੇ ਜਿਹੜੀ ਜ਼ਰੂਰੀ ਲਾਈਫ ਸੇਵਿੰਗ ਜਿਹੜੇ ਡਰੱਗਸ ਆ, ਦਵਾਈਆਂ ਆ, ਉਹਦੇ ਬਾਰੇ ਆ, ਤੇ ਜਾਂ ਪ੍ਰਬੰਧਾਂ ਬਾਰੇ ਆ। ਉਹਨਾਂ 6 ਹਾਈ ਕੋਰਟਾਂ ਦੀ ਚੱਲ ਰਹੀ ਸੁਣਵਾਈ ਦੌਰਾਨ ਹੀ ਸੁਪਰੀਮ ਕੋਰਟ ਨੇ ਸਵੈ ਨੋਟਿਸ ਲਿਆ ਆ ਵੀ ਤੁਸੀਂ ਜਿਹੜੇ ਹਾਲਾਤ ਨੈਸ਼ਨਲ ਐਮਰਜੈਂਸੀ ਵੱਲ ਨੂੰ ਲੈ ਗਏ ਆ, ਔਰ ਉਹਨਾਂ ਨੇ ਇਹਨੂੰ ਕਰਾਰ ਵੀ ਦਿੱਤਾ ਕਿ ਇਸ ਵੇਲੇ ਜੋ ਦੇਸ਼ ਦੇ ਹਾਲਾਤ ਆ ਉਹ ਨੈਸ਼ਨਲ ਐਮਰਜੈਂਸੀ ਤੋਂ ਘੱਟ ਨਹੀਂ ਆ। ਤੇ ਇਹਦੇ ਲਈ ਉਹਨਾਂ ਨੇ ਰੋਡ ਮੈਪ ਹੁਣ ਕੇਂਦਰ ਤੋਂ ਮੰਗਿਆ, ਭਾਈ ਤੁਹਾਡਾ ਰੋਡ ਮੈਪ ਇਸ ਕੋਵਿਡ-19 ਦੇ ਟਾਕਰੇ ਲਈ ਕੀ ਪ੍ਰਬੰਧ ਆ, ਸਾਨੂੰ ਦੱਸੋ। ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਮੰਗਿਆ ਵੀ ਆਕਸੀਜਨ ਦੀ ਸਪਲਾਈ ਦੀ ਤੁਹਾਡੀ ਕੀ ਨੀਤੀ ਆ, ਇਹਦੇ ਲਈ ਤੁਹਾਡਾ ਕੀ ਪ੍ਰਬੰਧ ਆ। ਫਿਰ ਉਹਨਾਂ ਨੇ ਮੰਗਿਆ ਜਿਹੜਾ ਵੀ ਦਵਾਈਆਂ ਆ, ਲਾਈਫ ਸੇਵਿੰਗ ਜਿਹੜੇ ਡਰੱਗ ਆ, ਜ਼ਰੂਰੀ ਲੋੜਵੰਦ ਜਿਹੜੀ ਦਵਾਈਆਂ ਆ, ਉਹਨਾਂ ਦੀ ਸਪਲਾਈ ਦਾ ਕੀ ਪ੍ਰਬੰਧ ਆ। ਫਿਰ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਵੈਕਸੀਨੇਸ਼ਨ ਦੀ ਜਿਹੜੀ ਡਰਾਈਵ ਤੁਹਾਡੀ ਚੱਲ ਰਹੀ ਆ ਉਹ ਕਿੱਥੋਂ ਤੱਕ ਤੁਹਾਡੀ ਚੱਲੀ ਆ, ਕੀ ਉਹਦੇ ਬਾਰੇ ਕਰ ਰਹੇ ਆ। ਅਗਲਾ ਜਿਹੜਾ ਸਭ ਤੋਂ ਅਹਿਮ ਆ ਉਹ ਇਹ ਆ ਵੀ ਲਾਕਡਾਊਨ ਲਾਉਣ ਦਾ ਹੱਕ ਕਿਹਨੂੰ ਆ। ਇਹ 4 ਬਿੰਦੂਆਂ ਤੇ ਸੁਪਰੀਮ ਕੋਰਟ ਨੇ ਜਵਾਬ ਕੇਂਦਰ ਤੋਂ ਮੰਗਿਆ, ਔਰ ਅੱਜ ਵੀ ਸ਼ੁੱਕਰਵਾਰ ਵਾਲੇ ਦਿਨ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਆ। ਮਤਲਬ ਕਹਿਣ ਦਾ ਵੀ ਜੇ ਸਾਰਾ ਕੁਝ ਪ੍ਰਬੰਧ ਇਹੋ ਜਿਹੇ ਹਾਲਾਤ ਜੇ ਅਦਾਲਤਾਂ ਨੇ ਚਲਾਉਣੇ ਆ ਤਾਂ ਫਿਰ ਇੰਨਾ ਵੱਡਾ ਤਾਮ ਝਾਮ ਕਰਨ ਲਈ ਕੀ ਲੋੜ ਆ ਪੈਸੇ ਖਰਚਣ ਦੀ, ਚੋਣਾਂ ਕਰਾਉਣ ਦੀ, ਵੋਟਾਂ ਪਾਉਣ ਦੀ, ਸਿਆਸੀ ਆਗੂ ਬਣਾਉਣ ਦੀ, ਜੇ ਤੁਸੀਂ ਉਹ ਮੌਕੇ ਤੇ ਸਾਂਭਣੀ ਨਹੀਂ ਗੱਲ। ਅਦਾਲਤਾਂ ਨੇ ਆ ਕੇ ਇਹੋ ਜਿਹਾ ਦਖਲ ਦੇ ਕੇ ਤੁਹਾਨੂੰ ਹਦਾਇਤਾਂ ਪਾਲਣ ਕਰਨੀਆਂ, ਤੁਹਾਨੂੰ ਹੁਕਮ ਦੇਣਾ ਵੀ ਇਦਾਂ ਕਿਉਂ ਹੋ ਰਿਹਾ, ਉਦਾਂ ਕਿਉਂ ਹੋ ਰਿਹਾ। ਤੁਹਾਡੇ ਆਪਣੇ ਮਨ 'ਚ ਕੁਛ ਨਹੀਂ ਹੈ ਵੀ ਮਨੁੱਖੀ ਜਾਨਾਂ ਇੰਡੀਆ ਦੀਆਂ ਇੰਨੀਆਂ ਜਾ ਰਹੀਆਂ। ਸਭ ਤੋਂ ਵੱਡਾ ਅੰਕੜਾ ਜਿਹੜਾ ਅਮਰੀਕਾ ਦਾ ਸੀਗਾ 3,07,000 ਉਹਨਾਂ ਦਾ ਐਕਸਟ੍ਰੀਮ ਸੀ, ਮੈਕਸੀਮਮ ਸੀ, ਉੱਥੋਂ ਮੁੜੇ ਆ ਪਿੱਛੇ। ਤੇ ਸਾਡਾ ਤਾਂ ਉਹ 3 ਲੱਖ ਅੱਜ 32,000 ਤੇ ਪਹੁੰਚ ਗਿਆ। ਤੇ ਆਪਾਂ ਕਿੰਨਾ ਵੱਡਾ ਮਾਰਕਾ ਮਾਰ ਲਿਆ ਦੇਖ ਲਓ।
ਸਾਡੇ ਪੀਐਮ ਨੇ ਨਾ ਮਨ ਕੀ ਬਾਤ 'ਚ ਇੱਕ ਵਾਰੀ ਕਿਹਾ ਸੀਗਾ, ਜੀ। ਜਿਹੜੀ ਹੁਣ ਮਨ ਕੀ ਬਾਤ ਹੋਈ ਉਹ ਤੋਂ ਪਹਿਲੀ ਮਨ ਕੀ ਬਾਤ 'ਚ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰਨਗੀਆਂ ਕਿ ਅਸੀਂ ਕਿਸ ਤਰ੍ਹਾਂ ਕਰੋਨਾ ਤੇ ਕਾਬੂ ਪਾਇਆ। ਬਿਲਕੁਲ ਜੀ, ਉਦੋਂ ਦੂਜੀ ਲਹਿਰ ਸ਼ੁਰੂ ਨਹੀਂ ਸੀ ਹੋਈ, ਤੇ ਕੀ ਹੁਣ ਅਸੀਂ ਮਾਣ ਕਰੀਏ ਵੀ ਅਸੀਂ ਪਹਿਲੇ ਨੰਬਰ ਤੇ ਆ ਗਏ ਹਾਂ? ਇਸੇ ਗੱਲ ਤੇ ਮਾਣ ਕਰਨਾ ਚਾਹੀਦਾ ਵੀ ਦੇਖੋ ਆਕਸੀਜਨ ਦੀ ਘਾਟ ਕਰਕੇ ਹੀ ਦੁਨੀਆ ਸਾਡੀ ਜਿਹੜੀ ਆ ਉਹ ਇਹੋ ਜਿਹੀ ਬਿਮਾਰੀ ਦੇ ਭੇਟ ਚੜ੍ਹ ਰਹੀ ਆ, ਜਦ ਸਾਨੂੰ ਪਤਾ ਵੀ ਕਰੋਨਾ ਵਾਸਤੇ ਆਕਸੀਜਨ ਬਹੁਤ 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 ਜ਼ਰੂਰੀ ਆ। ਬਿਲਕੁਲ। ਦੂਸਰੀ ਚੀਜ਼ ਜ਼ਰੂਰੀ ਆ ਵੈਂਟੀਲੇਟਰ, ਤੇ ਆਪਾਂ ਇਹਦਾ ਪ੍ਰਬੰਧ ਹੀ ਨਹੀਂ ਕਰ ਸਕੀਏ ਤਾਂ ਉਹ ਮਾਣ ਦੇਖ ਲਓ ਤੁਸੀਂ ਕਿੱਥੇ ਕਰਨਾ ਜੀ। ਮਾਣ ਇਹ ਕਰਾਂਗੇ ਵੀ ਚੋਣਾਂ ਹੋ ਰਹੀਆਂ ਸੀਗੀਆਂ, ਸਕੂਲ ਬੰਦ ਸੀਗੇ, ਠੇਕੇ ਚਾਲੂ ਸੀਗੇ, ਪ੍ਰੀਖਿਆਵਾਂ ਬੰਦ ਸੀਗੀਆਂ, ਇਹਨਾਂ ਗੱਲਾਂ ਤੇ ਜ਼ਰੂਰ ਮਾਣ ਕਰਾਂਗੇ। ਆਉਣ ਵਾਲੀ ਪੀੜ੍ਹੀ ਦੱਸੂਗੀ ਜ਼ਰੂਰ ਵੀ ਇੱਕ ਸਮਾਂ ਉਹ ਵੀ ਸੀ ਦੇਸ਼ ਵਿੱਚ ਜਦੋਂ ਵੀ ਇਲੈਕਸ਼ਨਾਂ ਤੇ ਰੋਕ ਨਹੀਂ ਲੱਗੀ, ਰੈਲੀਆਂ ਤੇ ਰੋਕ ਨਹੀਂ ਲੱਗੀ। ਬੇਸ਼ੱਕ ਹੁਣ ਚੋਣ ਕਮਿਸ਼ਨ ਨੇ ਲਾਤੀ ਆ ਪਰ ਬਹੁਤ ਦੇਰ ਕਰਤੀ, ਤੇ ਜਦੋਂ ਉਹ ਵੀ ਨੁਕਤਾਚੀਨੀ ਹੋਣ ਲੱਗ ਪਈ ਫੇਰ ਲਾਈ ਆ। ਤੇ ਉਹ ਗੱਲ ਦੱਸਾਂਗੇ ਵੀ ਇਹਨਾਂ ਗੱਲਾਂ ਦੇ ਕਿਸੇ ਤੇ ਰੋਕ ਨਹੀਂ ਸੀ, ਤੇ ਇਹਨਾਂ ਗੱਲਾਂ ਤੇ ਜ਼ਰੂਰ ਰੋਕ ਸੀਗੀ ਵੀ ਦੇਖੋ ਜੀ ਪੇਪਰ ਰੱਦ ਕਰ ਦਿਓ, ਪੜ੍ਹਾਈ ਬੰਦ ਕਰ ਦਿਓ, ਸਕੂਲ ਬੰਦ ਕਰ ਦਿਓ, ਹੋਰ ਜਿਹੜੀ ਚੀਜ਼ ਉਹਨਾਂ ਨੂੰ ਲੱਗਦੀ ਸੀਗੀ ਪੇ ਇਹਨੂੰ ਬੰਦ ਕਰਨ ਵਾਲੀ ਕਰ ਦਿੱਤੀ, ਜਿਹੜੀ ਚੀਜ਼ ਉਹਨਾਂ ਨੂੰ ਲੱਗਦੀ ਪੇ ਨਹੀਂ ਇਹ ਸਾਡੇ ਫਾਇਦੇ ਦੀ ਆ ਉਹ ਚਾਲੂ ਰੱਖੀ ਗਿਆ। ਇਹ ਵਾਕਈ ਗੱਲ ਤੁਹਾਡੀ ਠੀਕ ਹੈ ਪੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਸੋਚ ਸੋਚ ਕੇ ਮਾਣ ਜ਼ਰੂਰ ਕਰੂਗੀ ਪੇ ਇਦਾਂ ਦਾ ਸਮਾਂ ਵੀ ਦੇਖਿਆ ਹੈ ਤੁਸੀਂ। ਦਿਨੇ ਇਹ ਲੋਕਾਂ ਨੂੰ ਇਕੱਠਿਆਂ ਕਰਦੇ ਸੀ ਤੇ ਰਾਤ ਨੂੰ ਕਹਿੰਦੇ ਸੀ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ। ਇਹ ਵੀ ਦੇਖੋ ਸੋਸ਼ਲ ਮੀਡੀਆ ਤੇ ਕਿੰਨਾ ਮਜ਼ਾਕ ਉਡਾਇਆ ਜਾ ਰਿਹਾ, ਪਰ ਸਰਕਾਰ ਨੂੰ ਚਿੱਤੇ ਜ਼ਰੂਰ ਹੋਣਾ ਚਾਹੀਦਾ ਪੇ ਜੇ ਮਜ਼ਾਕ ਬਣਦਾ ਤਾਂ ਕਿਸੇ ਗੱਲ ਨੂੰ ਬਣਦਾ, ਤੇ ਉਹਦੇ ਤੇ ਤੁਹਾਨੂੰ ਇਹ ਖਿਆਲ ਕਰਨਾ ਚਾਹੀਦਾ, ਵਿਚਾਰ ਕਰਨਾ ਚਾਹੀਦਾ ਵੀ ਮਜ਼ਾਕ ਬਣਿਆ ਕਿਉਂ ਆ। ਤੁਸੀਂ ਆਪੇ ਉਸ ਗੱਲ ਨੂੰ ਲੈ ਕੇ ਪਹਿਲਾਂ ਹੀ ਰੱਦ ਕਰ ਦੇਣਾ ਚਾਹੀਦਾ ਸੀ ਕਿ ਇਕੱਠ ਨਹੀਂ ਹੋਣੇ ਚਾਹੀਦੇ ਆ। ਚੋਣ ਕਮਿਸ਼ਨ ਨੇ ਬੇਸ਼ੱਕ ਰੈਲੀਆਂ ਹੁਣ ਪੱਛਮੀ ਬੰਗਾਲ 'ਚ ਰੱਦ ਕਰਤੀਆਂ, ਰੋਡ ਸ਼ੋਅ ਰੱਦ ਕਰਤਾ, ਪਰ ਨਾਲ ਇੱਕ ਪ੍ਰੋਵੀਜ਼ਨ ਵੀ ਦੇਤੀ, ਕਹਿੰਦੇ ਜੀ 500 ਤੱਕ ਜਨ ਸਭਾ ਕਰ ਸਕਦੇ ਆ। ਦੇਖੋ ਪੂਰੀ ਤਰ੍ਹਾਂ ਫੇਰ ਵੀ ਰੱਦ ਨਹੀਂ ਕੀਤਾ, 500 ਲੋਕਾਂ ਦਾ ਤੁਸੀਂ ਜਨ ਸਭਾ ਕਰ ਸਕਦੇ ਆ, ਨਾਲ ਇੱਕ ਸ਼ਰਤ ਰੱਖੀ ਵੀ ਮੈਦਾਨ ਖੁੱਲਾ ਹੋਣਾ ਚਾਹੀਦਾ। ਹੁਣ ਮੈਦਾਨ ਖੁੱਲੇ ਦੇ ਵਿੱਚ ਇਹ ਕੀ ਹੈਗੀ ਆ ਗਾਰੰਟੀ ਕਿਸੇ ਦੀ ਵੀ 500 ਬੰਦੇ ਆਊਗੇ, ਵੱਧ ਨਹੀਂ ਆ ਸਕਦੇ। ਤੇ ਉੱਥੇ ਤਾਂ ਸਮਾਜਿਕ ਦੂਰੀ 6 ਫੁੱਟ ਦੇ ਇੱਕ ਪਾਸੇ ਰਹੇ, ਉਹ ਤਾਂ 6 ਇੰਚ ਦੀ ਦੂਰੀ ਹੈ ਨਹੀਂ ਉਹਨਾਂ ਦੇ ਵਿੱਚ ਜਿੱਥੇ ਲੋਕ ਜਾਂਦੇ ਸੀਗੇ। ਤੇ ਫਿਰ ਆਪਾਂ ਕਹਿ ਦਿੰਦੇ ਆ ਦੇਖੋ ਜੀ ਅਸੀਂ ਮਾਣ ਉਹਨਾਂ ਰੈਲੀਆਂ ਤੇ ਮਹਿਸੂਸ ਕਰਦੇ ਵੀ ਜਿੰਨੀ ਵੱਡੀ ਰੈਲੀ ਹੋਊਗੀ ਸਾਡਾ ਉਹਨਾਂ ਦਬਦਬਾ ਵਧੂਗਾ। ਇਹ ਕਿਹੋ ਜੀ ਸਿਆਸਤ ਆ ਵੀ ਦੁਨੀਆ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ, ਤੇ ਸਾਡਾ ਜਿਹੜਾ ਪ੍ਰਬੰਧ ਇੰਨਾ ਹਲਕਾ ਪੈ ਗਿਆ, ਤੇ ਅਸੀਂ ਇਸ ਬਿਮਾਰੀ ਪੱਖੋਂ ਨੰਬਰ 1 ਤੇ ਆ ਰਹੇ ਹਾਂ। ਜਦ ਕਿ ਚਾਹੀਦਾ ਇਹ ਸੀ ਵੀ ਜਦੋਂ ਸ਼ੁਰੂਆਤ ਹੋਈ ਸੀ ਨਾ ਮਾਰਚ ਅਪ੍ਰੈਲ ਦੇ ਵਿੱਚ ਪੀਕ ਸ਼ੁਰੂ ਹੋਣ ਲੱਗਾ ਸੀ ਭਾਰਤ ਵਿੱਚ 2020 ਚ, ਪੂਰੀ ਦੁਨੀਆ ਚਿੰਤਤ ਹੋ ਗਈ ਸੀ ਵੀ ਜੇ ਕਰੋਨਾ ਇੰਡੀਆ 'ਚ ਚਲੇ ਗਿਆ ਜਿੰਨੀ ਇਹਦੀ ਆਬਾਦੀ ਆ ਕਾਬੂ ਨਹੀਂ ਆਊਗਾ। ਪਰ ਉਦੋਂ ਫਿਰ ਸਾਰਿਆਂ ਨੇ ਸਰਾਹਿਆ ਸੀਗਾ ਵੀ ਜੇ ਕਾਬੂ ਆਇਆ ਤਾਂ ਭਾਰਤ ਵੱਲੋਂ ਹੀ ਆਇਆ, ਪਰ ਹੁਣ ਉਹਦੇ ਉਲਟ ਹੋ ਰਿਹਾ ਸਾਰਾ ਕੁਝ। ਜੀ ਬੜੀ ਦਰੁਸਤ ਗੱਲ ਕਹੀ ਹੈ ਤੁਸੀਂ ਕਿ ਸਿਆਸਤ ਜਿਹੜੀ ਹੈ ਇਸ ਵੇਲੇ ਕਰੋਨਾ ਤੇ ਪੂਰੀ ਤਰ੍ਹਾਂ ਭਾਰੂ ਹੋ ਰਹੀ ਹੈ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਗਲ ਸਾਹਿਬ, ਅਸੀਂ ਗੱਲ ਕਰ ਰਹੇ ਹਾਂ ਆਕਸੀਜਨ ਦੀ ਕਿੱਲਤ ਦੀ ਤੇ ਹਾਈ ਕੋਰਟ ਦੇ ਹੁਕਮ ਦੀ, ਬਟ ਹਾਈ ਕੋਰਟ ਨੇ ਟਾਟਾ ਦੀ ਤਾਰੀਫ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਦਯੋਗਾਂ ਵਾਲੀ ਆਕਸੀਜਨ ਨੇ ਮੈਡੀਕਲ ਆਕਸੀਜਨ ਦੇ ਰੂਪ ਦੇ ਵਿੱਚ ਹਸਪਤਾਲਾਂ ਨੂੰ ਦੇ ਰਹੇ ਨੇ ਤੇ ਬਾਕੀਆਂ ਨੂੰ ਕੀ ਸੱਪ ਸੁੰਘਿਆ। ਬਿਲਕੁਲ ਜੀ, ਜਦੋਂ ਸਿਆਸੀ ਲੋਕ ਨਹੀਂ ਧਿਆਨ ਦੇਣਦੇ ਹੋਣ ਤਾਂ ਫਿਰ ਇਹੋ ਜਿਹੇ ਕੋਈ ਨਾ ਕੋਈ ਦੇਵਤੇ ਲੋਕ ਹੁੰਦੇ ਆ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਮੈਂ ਇਸ ਗੱਲ ਤੇ ਜ਼ੋਰ ਜ਼ਰੂਰ ਦਊਂਗਾ ਸਿਆਸੀ ਲੋਕਾਂ ਵੱਲ ਦੇਖਣਾ ਵੀ ਨਹੀਂ ਚਾਹੀਦਾ। ਉਹਨਾਂ ਨੇ ਤੇ ਇਹ ਦੇਖਣਾ ਵੀ ਹੁਣ ਆਉਂਦੇ ਸਮੇਂ 'ਚ ਚੋਣਾਂ ਕਿੱਥੇ ਹੋ ਰਹੀਆਂ, ਕਿਉਂਕਿ ਸਿਆਸਤ ਕਿਸੇ ਦੀ ਸਕੀ ਨਹੀਂ ਹੁੰਦੀ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਕੰਮ ਵੀ ਆਉਂਦੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਰ ਕਿੱਥੇ ਕਿੱਥੇ ਚੋਣਾਂ ਹੋਣੀਆਂ, ਉਹਦੇ ਹਿਸਾਬ ਨਾਲ ਆਪਾਂ ਇਹਦੀ ਜਿਹੜੀ ਗਿਣਤੀ ਮਿਣਤੀ ਕਰਨੀ ਆ। ਉਹਨਾਂ ਨੇ ਤਾਂ ਉਹ ਗਿਣਤੀ ਮਿਣਤੀ ਕਰਨੀ ਆ। ਜਿਹੜੇ ਇਹੋ ਜਿਹੇ ਲੋਕ ਆ, ਕੋਈ ਵੀ ਉਦਯੋਗਪਤੀ ਆ ਜਾਂ ਕੋਈ ਸਵੈ ਸੇਵੀ ਸੰਸਥਾਵਾਂ ਆ ਜਾਂ NGO ਆ ਜਿਹੜੀਆਂ, ਉਹ ਆਪਣੇ ਤੌਰ ਤੇ ਜੇ ਇਹੋ ਜਿਹੇ ਕੰਮ ਕਰਦੀਆਂ ਤਾਂ ਵਾਕਈ ਉਹ ਸ਼ਲਾਘਾਯੋਗ ਕੰਮ ਆ ਉਹਨਾਂ ਦਾ, ਔਰ ਕਰਨਾ ਵੀ ਚਾਹੀਦਾ। ਮੈਂ ਇਸੇ ਕਰਕੇ ਕਹਿੰਦਾ ਵੀ ਜੇ ਮਨੁੱਖਤਾ ਕਿਤੇ ਥੋੜੀ ਬਹੁਤ ਬਚੀ ਆ ਤੇ ਇਹਨਾਂ ਲੋਕਾਂ ਦੇ ਸਿਰ ਤੇ ਹੀ ਬਚੀ ਆ। ਜੇ ਇਦਾਂ ਦੇ ਲੋਕ ਅੱਗੇ ਆਉਣ ਤੇ ਪਿਛਲੇ ਸਮੇਂ ਵਾਂਗੂ, ਜਿੱਦਾਂ ਪਿਛਲੇ ਸਾਲ ਵੀ ਜੇ ਸਰਕਾਰ ਮੁੜ ਕੇ ਤਾਂ ਬਥੇਰੇ ਅੰਕੜੇ ਗਣਾਉਣੇ ਆ। ਹੁਣ ਵੀ ਤੁਸੀਂ ਦੇਖਿਓ, ਰੱਬ ਕਰੇ ਛੇਤੀ ਆ ਜਿਹੜੀ ਦੂਜੀ ਲਹਿਰ ਤੀਜੀ ਚੌਥੀ ਚੱਲ ਰਹੀ ਆ ਇਹਦੇ ਤੋਂ ਨਿਜਾਤ ਮਿਲ ਜਾਏ, ਤੇ ਆਪਾਂ ਉਹ ਸਿਆਸੀ ਆਗੂਆਂ ਦੇ ਮੁੜ ਕੇ ਬਿਆਨ ਵੀ ਸੁਣਨੇ ਆ। ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਦਮਗੱਜੇ ਮਾਰਨੇ, ਦੇਖੋ हमने ये किया, देखो हमने खाना मुफ्त दिया, देखो उनके खातों में इतने पैसे गए, जबकि ਅੱਜ ਤੱਕ ਮੈਨੂੰ ਲੱਗਦਾ ਨਹੀਂ ਵੀ ਕੋਈ ਵੀ ਦੇਸ਼ ਦਾ ਨਾਗਰਿਕ ਕਹਿਆ ਹੋਵੇ ਵੀ ਮੇਰੇ ਖਾਤੇ 'ਚ ਇੰਨੇ ਆ ਗਏ। ਜਿਨ੍ਹਾਂ ਨੇ ਫੋਟੋ ਲਵਾ ਕੇ ਰਾਸ਼ਨ ਵੰਡਣਾ ਉਹਨਾਂ ਨੇ ਫਿਰ ਆਪਣਾ ਨਾਂ ਤੇ ਰੋਸ਼ਨ ਕਰਨਾ। ਤੁਸੀਂ ਦੇਖੋ ਨਾ ਵੀ ਵਿਦੇਸ਼ਾਂ ਦੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਜਿਹੜੇ ਸਿਹਤ ਸਹੂਲਤਾਂ ਪੱਖੋਂ ਬਹੁਤ ਹੀ ਮਜ਼ਬੂਤ
ਮੰਨੇ ਗਏ ਸੀਗੇ ਵੀ ਉਹਨਾਂ ਦੀ ਜਿਹੜੀ ਸਿਹਤ ਸਹੂਲਤਾਂ ਬਹੁਤ ਤਕੜੀਆਂ ਆ। ਜੀ। ਇੱਥੋਂ ਤੱਕ ਕਿ ਜਿਹੜੇ ਸਾਡੇ ਸਿਆਸਤਦਾਨ ਆ ਇਲਾਜ ਕਰਾਉਣ ਜਾਂਦੇ ਉੱਥੇ ਰਹੇ ਆ। ਜੇ ਇਸ ਮਹਾਮਾਰੀ ਨੇ ਉਹਨਾਂ ਨੂੰ ਨਹੀਂ ਬਖਸ਼ਿਆ, ਉਹਨਾਂ ਦੇ ਪੈਰ ਥੜਕੜਾਤੇ ਪੂਰੇ ਤਰ੍ਹਾਂ, ਉਹ ਆਪਣੇ ਲੀਹੋਂ ਲਿਥ ਗਏ ਸੀਗੇ ਔਰ ਉਹ ਤੌਬਾ ਕਰਨ ਲੱਗ ਪਏ ਸੀਗੇ ਵੀ ਸਾਡੀਆਂ ਤਾਂ ਸਿਹਤ ਪੱਖੋਂ ਤਾਂ ਕਮਾਲ ਹੀ ਸੀਗੀ, ਵੀ ਇਹ ਕੀ ਬਣਿਆ। ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਸੀਗੇ ਵੀ ਇੰਡੀਆ ਦੇ ਵਿੱਚ ਤਾਂ ਫਿਰ ਉਹ ਬੁਨਿਆਦੀ ਚੀਜ਼ ਹੀ ਹੈ ਨਹੀਂ ਸੀ ਕੋਈ। ਜੀ ਜੀ ਜੀ। ਇਹਨਾਂ ਦਾ ਬੁਨਿਆਦੀ ਢਾਂਚਾ ਹੀ ਮਜ਼ਬੂਤ ਨਹੀਂ ਸੀ। ਅਗਲੀ ਗੱਲ ਤਾਂ ਬਾਅਦ ਦੀ ਆ। ਬਿਲਕੁਲ। ਤੇ ਉਹਨੂੰ ਹੀ ਤਹਿਸ ਨਹਿਸ ਕਰ ਦਿੱਤਾ ਤਾਂ ਗਾਹਾਂ ਤਾਂ ਆਪਣੇ ਸਾਹਮਣੇ ਦਿਸਣ ਨਹੀਂ ਰਿਹਾ ਵੀ ਹੁਣ ਸਿਹਤ ਸਿਸਟਮ ਕਿਦਾਂ ਦਾ ਫੇਲ ਕਰਤਾ। ਤੇ ਉਦੋਂ ਤੋਂ ਇਹਨਾਂ ਨੂੰ ਸਿੱਖ ਲੈਣੀ ਚਾਹੀਦੀ ਸੀਗੀ, ਕੋਈ ਨਾ ਕੋਈ ਸਬਕ ਉਹਨਾਂ ਤੋਂ ਸਿੱਖਣਾ ਚਾਹੀਦਾ ਸੀ ਵੀ ਜੇ ਅਮਰੀਕਾ ਵਰਗਾ ਦੇਸ਼ ਇਹਦੇ ਸਾਹਮਣੇ ਨਹੀਂ ਟਿਕ ਸਕਿਆ, ਹੌਲੀ ਹੌਲੀ ਪੈਰੀ ਆ ਰਿਹਾ ਪਰ ਹਲੇ ਵੀ ਹਾਲਾਤ ਪੂਰੀ ਤਰ੍ਹਾਂ ਨਹੀਂ ਕਾਬੂ ਉੱਥੇ, ਤੇ ਅਸੀਂ ਉਹਦੇ ਕਿੱਥੇ ਮੋਹਰੇ ਖੜਾਂਗੇ। ਤੇ ਇੰਨੀ ਗੱਲ ਥੋੜੀ ਪਈ ਜੇ ਮਾੜਾ ਮੋਟਾ 1 ਸਾਲ ਦੇ ਵਿੱਚ ਆਇਆ ਤਾਂ ਅਸੀਂ ਥੋੜਾ ਜਿਹਾ ਭਜਾਤਾ ਤੇ ਮੰਨ ਲਿਆ ਵੀ ਅਸੀਂ ਬਹੁਤ ਵੱਡੇ ਬਣ ਗਏ ਆ ਤਾਂ ਕਾਮਯਾਬ ਹੋ ਗਏ ਆ, ਕਾਬੂ ਪਾ ਲਿਆ। ਉਹ ਗੱਲ ਨਹੀਂ ਬਣਦੀ ਹੁੰਦੀ ਜਿੰਨਾ ਚਿਰ ਅਸੀਂ ਪੂਰੀ ਤਰ੍ਹਾਂ ਨਾਲ ਸਿਹਤ ਸਿਸਟਮ ਨੂੰ ਪੱਕਾ ਨਹੀਂ ਕਰਦੇ, ਮਜ਼ਬੂਤ ਨਹੀਂ ਕਰਦੇ। ਸਾਡੇ ਕੋਲ ਬੁਨਿਆਦੀ ਸਹੂਲਤਾਂ ਹੀ ਹੈ ਨਹੀਂ। ਵੈਂਟੀਲੇਟਰ ਦੀ ਗੱਲ ਉਦੋਂ ਵੀ ਚੱਲਦੀ ਸੀਗੀ, ਗੱਲ ਹੁਣ ਵੀ ਚੱਲਣ ਡਈ ਆ। ਆਕਸੀਜਨ ਦੀ ਗੱਲ ਉਦੋਂ ਵੀ ਚੱਲਦੀ ਸੀਗੀ ਵੀ ਨਹੀਂ ਹੈ, ਹੁਣ ਵੀ ਉਹੀ ਕੰਮ, ਰੌਲਾ ਰੱਪਾ ਫੇਰ ਉਹੀ ਆ। ਹਰੇਕ ਸਟੇਟ ਰੌਲਾ ਪਾ ਰਿਹਾ ਵੀ ਸਾਡੇ ਕੋਲ ਆਕਸੀਜਨ ਹੈ ਨਹੀਂ। ਤੇ ਹੁਣ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਇੱਕਦਮ ਹਰਕਤ 'ਚ ਆਏ ਆ, ਚੋਣਾਂ ਤੋਂ ਵਿਹਲੇ ਹੋ ਗਏ। ਜੀ ਜੀ। ਇਸ ਕਰਕੇ ਹਰਕਤ 'ਚ ਆ ਗਿਆ। ਚੋਣ ਕਮਿਸ਼ਨ ਨੂੰ ਕਹਿਤਾ ਭਾਈ ਰੈਲੀਆਂ ਬੰਦ ਕਰ ਦੇ ਤੂੰ, ਹੁਣ ਸਾਨੂੰ ਇੱਧਰ ਵੀ ਥੋੜਾ ਸਾਂਭ ਲੈਣ ਦੇ। ਇੰਨਾ ਚਿਰ ਹੋ ਗਿਆ ਉੱਥੇ ਰੌਲਾ ਪਾਉਂਦੇ ਨੂੰ, ਪਤਾ ਨਹੀਂ ਕੀ ਬਣਨਾ ਕੀ ਨਹੀਂ। ਉਹ ਦੋ ਨੂੰ ਨਤੀਜਾ ਆਉਣਾ ਆ, ਉਹ ਵੱਖਰੀ ਗੱਲ ਆ। ਪਰ ਹੁਣ ਸ਼ੁਕਰ ਆ ਵੀ ਉਹਨਾਂ ਨੂੰ ਥੋੜਾ ਜਿਹਾ ਉੱਥੋਂ ਸਮਾਂ ਮਿਲਿਆ ਤਾਂ ਹੁਣ ਇੱਕਦਮ ਹਰਕਤ 'ਚ ਆ ਕੇ ਤੇ ਇੱਕ ਦਿਨ ਫਿਰ ਉਹ ਸੰਬੋਧਨ ਕਰਨ ਵੀ ਆ ਗਏ। ਤੇ ਜਦੋਂ ਇਹੋ ਜਿਹਾ ਸੰਬੋਧਨ ਕਰਨ ਪ੍ਰਧਾਨ ਮੰਤਰੀ ਸਾਹਿਬ ਖਾਸ ਕਰ ਨਰਿੰਦਰ ਮੋਦੀ ਜੀ ਆਉਂਦੇ ਆ ਤੇ ਫਿਰ ਲੋਕਾਂ ਦੇ ਮਨ 'ਚ ਇੱਕਦਮ ਖੜਕ ਜਾਂਦੀ ਆ ਵੀ ਪਤਾ ਨਹੀਂ ਹੁਣ ਕੀ ਹੋਣ ਲੱਗਾ ਆ। ਤੇ ਖੈਰ ਹਾਲੇ ਤੱਕ ਤਾਂ ਕੁਝ ਨਹੀਂ ਕੀਤਾ, ਪਰ ਉਹਨਾਂ ਨੇ ਇਸ਼ਾਰਾ ਜ਼ਰੂਰ ਦੇ ਦਿੱਤਾ ਸੀਗਾ ਵੀ ਆਖਰੀ ਆਪਸ਼ਨ ਜਿਹੜੀ ਆ ਉਹ ਲਾਕਡਾਊਨ ਆ। ਬੇਸ਼ੱਕ ਸਟੇਟ ਵਾਲੇ ਪਾਸੇ ਹੋਣ, ਬੇਸ਼ੱਕ ਇਹਨਾਂ ਵਾਲੇ ਪਾਸੇ ਹੋਣ, ਪਰ ਅੰਦਰੋਂ ਹੀ ਅੰਦਰ ਹੁਣ ਜੇ ਕੋਈ ਜਿਹੜਾ ਸੁਲਝਿਆ ਨਾਗਰਿਕ ਹੈ ਦੇਸ਼ ਦਾ, ਉਹ ਜ਼ਰੂਰ ਇਹ ਮਹਿਸੂਸ ਕਰਦਾ ਹੋਊਗਾ ਵੀ ਯਾਰ ਜੇ ਉਦੋਂ 500 ਕੇਸਾਂ ਦੀ ਵਾਰੀ ਲਾਕਡਾਊਨ ਲੱਗ ਗਿਆ ਤੇ ਹੁਣ ਤਾਂ 3-4 ਲੱਖ ਤੱਕ ਹੋ ਚੱਲਿਆ, ਤੇ ਹੁਣ ਸਰਕਾਰ ਕਿੱਥੇ ਸੁੱਤੀ ਆ। ਇਹ ਵੱਖਰੀ ਗੱਲ ਹੈ ਵੀ ਲਾਕਡਾਊਨ ਦਾ ਸਾਹਮਣਾ ਨਹੀਂ ਕਰ ਸਕਦਾ ਦੇਸ਼ ਸਾਡਾ, ਸਾਡੀ ਜਨਤਾ ਜਿਹੜੀ ਆ ਲਾਕਡਾਊਨ ਦਾ ਸਾਹਮਣਾ ਨਹੀਂ ਕਰ ਸਕਦੀ। ਕਰ ਸਕੂਗੀ ਜੇ ਸਰਕਾਰ ਸਾਥ ਦੇਵੇ। ਮੁਕਾਬਲਾ ਕਰਦੇ ਵਿਦੇਸ਼ਾਂ ਦਾ, ਉੱਥੇ ਹਰੇਕ ਨਾਗਰਿਕ ਦੇ ਖਾਤਿਆਂ ਦੇ ਵਿੱਚ ਪੈਸੇ ਆ ਜਾਂਦੇ। ਉਹਨਾਂ ਨੇ ਕਹਿੰਦੇ ਭਾਈ ਘਰੋਂ ਬਾਹਰ ਨਾ ਨਿਕਲੋ, ਤੁਹਾਨੂੰ ਅਸੀਂ ਸਾਰਾ ਕੁਝ ਸਹੂਲਤ ਘਰ ਬੈਠਿਆਂ ਦਿੰਨੇ ਆ, ਅਗਲਾ ਕਿਉਂ ਨਿਕਲੂਗਾ ਬਾਹਰ। ਹੁਣ ਜਿਹੜਾ ਬੰਦਾ ਦਿਹਾੜੀਦਾਰ ਆ, ਮਹੀਨੇ ਦਾ 10-12 ਹਜ਼ਾਰ 'ਚ ਉਹਦਾ ਮਸੀਂ ਘਰ ਦਾ ਖਰਚਾ ਤੁਰਦਾ, ਤੇ ਉਹਨੂੰ ਤੁਸੀਂ ਕਹੋ ਜੀ ਅਸੀਂ ਮਹੀਨੇ ਦਾ ਜਾਂ 6 ਮਹੀਨੇ ਦਾ 2000 ਤੇਰੇ ਖਾਤੇ 'ਚ ਪਾ ਦਿਆਂਗੇ, ਉਹ ਕਿਵੇਂ ਗੱਡੀ ਚਲਾਊਗਾ। ਤੇ ਉਹਦੇ ਕੁਦਰਤੀ ਆ ਬਾਹਰ ਨਿਕਲੂਗਾ ਹੀ। ਉਹਨੂੰ ਪਤਾ ਹੋਊਗਾ ਵੀ ਮੇਰੇ 2000 ਨਾਲ ਕਿੱਥੇ ਮੇਰਾ 10,000 ਨਹੀਂ ਸੀ ਨਾਲ ਨਹੀਂ ਸੀ ਸਰਦਾ, ਤੇ ਮੈਂ 2000 ਨਾਲ ਕਿੱਦਾਂ ਸਰੂੰਗਾ। ਬੱਚੇ ਵੀ ਆ, ਪਰਿਵਾਰ ਆ, ਕਿਸੇ ਦੇ ਮਾਂ-ਬਾਪ ਵੀ ਹੋਣੇ ਆ, ਤੇ ਉਹ ਫਿਰ ਆਪੇ ਹੀ ਬਾਹਰ ਆਊਗਾ ਵੀ ਮੈਨੂੰ ਮਾੜਾ ਮੋਟਾ ਕਿਤੇ ਦਿਹਾੜੀ ਡੰਗ ਮਿਲੇ, ਕੰਮ ਕਰਾਂ ਤੇ ਉਹਦੇ ਨਾਲ ਮੈਂ ਆਪਣਾ ਗੁਜ਼ਾਰਾ ਚੱਲਾਂ। ਤੇ ਇਦਾਂ ਦੇ ਜਿਹੜੇ ਡੰਗ ਟਪਾਊ ਕੰਮ ਆ ਸਰਕਾਰਾਂ ਦੇ ਇਦਾਂ ਹੀ ਚੱਲਦੇ ਰਹਿੰਦੇ ਆ। ਮੁਕਾਬਲਾ ਜ਼ਰੂਰ ਵਿਦੇਸ਼ਾਂ ਨਾਲ ਕਰਦੇ ਆ। ਜੇ ਉਹਨੂੰ ਲਾਕਡਾਊਨ ਵਰਗੀ ਸਥਿਤੀ ਪੈਦਾ ਕਰਨੀ ਆ ਤੇ ਉਹਦੇ ਲਈ ਜੇ ਪਿਛਲੇ ਹਾਲਾਤ ਨਾ ਬਣਨ ਉਦਾਂ ਦੇ ਜੋ ਆਪਾਂ ਮੰਜ਼ਰ ਦ੍ਰਿਸ਼ ਦੇਖਦੇ ਰਹੇ ਆ, ਉਹ ਦ੍ਰਿਸ਼ ਉਹ ਮੰਜ਼ਰ ਦੁਬਾਰਾ ਨਾ ਦਿਸਣ, ਉਹ ਸਰਕਾਰ ਨੂੰ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ। ਬੇਸ਼ੱਕ ਕੇਜਰੀਵਾਲ ਹੋਰਾਂ ਨੇ ਜਦੋਂ 6 ਦਿਨ ਦਾ ਲਾਕਡਾਊਨ ਲਾਇਆ ਸੀ, ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਸਪੈਸ਼ਲ ਅਪੀਲ ਕੀਤੀ ਸੀ ਵੀ 6 ਦਿਨ ਦੀ ਗੱਲ ਆ, ਕਿਤੇ ਨਾ ਜਾਇਓ। ਪਰ ਮਨੁੱਖੀ ਮਨ ਆ, ਉਹਨੂੰ ਪਤਾ ਜੇ 6 ਦਿਨ ਲਾ ਸਕਦੇ ਆ ਤੇ 6 ਮਹੀਨੇ ਵੀ ਇਹਨਾਂ ਲਈ ਕੁਝ ਨਹੀਂ ਆ। ਕਿਉਂਕਿ ਪਹਿਲਾਂ ਹੋ ਚੁੱਕਾ, ਉਹਨਾਂ ਨਾਲ ਬੀਤ ਚੁੱਕੀ ਆ। ਇਸ ਕਰਕੇ ਉਹ ਫਟਾਫਟ ਇੱਥੋਂ ਆਪਣੇ ਵੱਲ ਨੂੰ ਪ੍ਰਵਾਸ ਕਰਨ ਲੱਗ ਪਏ ਅਸੀਂ ਆਪਣੇ ਘਰਾਂ ਨੂੰ ਚੱਲੀਏ। ਸ਼ੇਖਰ ਸਾਹਿਬ, ਅਸੀਂ ਸਿਆਸਤ ਨੂੰ ਭੰਡ ਰਹੇ ਆ, ਸਿਆਸੀ ਆਗੂਆਂ ਨੂੰ ਭੰਡ ਰਹੇ ਆ, ਪਰ ਲੋਕ ਵੀ ਸਿਆਣੇ ਨਹੀਂ ਆ। ਉਹ ਹਾਲੇ ਵੀ ਵਿਆਹ ਕਰ ਰਹੇ ਨੇ, ਇਕੱਠ ਕਰ ਰਹੇ ਨੇ, ਤੇ ਫਿਰ ਕਰੋਨਾ ਵੀ ਕੀ ਕਰੇ ਉੱਥੇ। ਦੇਖੋ ਗੱਲ ਉੱਥੇ ਕੀ ਆ ਜਾਂਦੀ ਆ, ਦੋ ਰਾਵਾਂ ਬਣ ਜਾਂਦੀਆਂ। ਜਦੋਂ ਤਾਂ ਉਹ ਪੱਛਮੀ ਬੰਗਾਲ ਦੀਆਂ ਰੈਲੀਆਂ ਦੇਖਦੇ ਆ, ਫਿਰ ਉਹ ਕਹਿੰਦੇ ਵੀ ਦੇਖੋ ਘੱਟੋ ਘੱਟ ਇਕੱਠ ਇਹ 10,000 ਦਾ ਹੋਣਾ ਹੀ ਆ, ਤੇ ਫਿਰ ਉੱਥੇ ਸਵਾਲ ਖੜਾ ਕਰ ਦਿੰਦੇ ਇੱਥੇ ਕਿੱਥੇ ਆ ਕਰੋਨਾ। ਤੇ ਜਦੋਂ ਇਕੱਠ ਆ ਜਾਂਦਾ ਤੁਹਾਡੇ ਸਵਾਲ ਵਾਂਗੂ ਵੀ ਵਿਆਹ ਦਾ, ਤੇ ਵਿਆਹ 'ਚ ਮੈਨੂੰ ਲੱਗਦਾ ਵੱਧ ਤੋਂ ਵੱਧ 200 ਬੰਦਿਆਂ ਦਾ ਰੱਖਿਆ ਹੈ, 100 ਜਾਂ 200 ਬੰਦਿਆਂ ਦਾ। ਤੇ ਫਿਰ ਉਹਨਾਂ ਦੇ ਮਨ 'ਚ ਆਪੇ ਸਵਾਲ ਆਊਗਾ ਵੀ ਜੇ ਉੱਥੇ ਕਰੋਨਾ ਨਹੀਂ ਆ ਸਕਦਾ ਤਾਂ ਸਾਡੇ 100-200 ਵੱਲ ਨੂੰ ਕਿੱਦਾਂ ਆ ਜਾਊਗਾ। ਤੇ ਮਾਰਗਦਰਸ਼ਨ ਫਿਰ ਉਹੀ ਕਰ ਰਹੇ ਨੇ, ਮੁੜ ਕੇ ਫਿਰ ਉਹੀ ਮਾਰਗਦਰਸ਼ਨ ਕਰਦੇ। ਗੱਲ ਉੱਥੇ ਆ ਜਾਂਦੀ ਨਾ, ਜਿਹੜੇ ਜ਼ਿੰਮੇਵਾਰ ਲੋਕ ਆ, ਜਿਨ੍ਹਾਂ ਵੱਲ ਦੇਖ ਕੇ ਲੋਕਾਂ ਨੇ ਸਿੱਖਣਾ, ਜਿਹਨਾਂ ਲੋਕਾਂ ਵੱਲ, ਜਿਹਨਾਂ ਆਗੂਆਂ ਵੱਲ ਦੇਖ ਕੇ ਆਪਾਂ ਦਿਸ਼ਾ ਤੈਅ ਕਰਨੀ ਆ ਵੀ ਹਾਂ ਵੀ ਉਹ ਸਾਨੂੰ ਜੇ ਕਹਿ ਗਿਆ ਤਾਂ ਅਸੀਂ ਉਹਦੀ ਗੱਲ ਮੰਨਣੀ ਆ। ਤੇ ਜੇ ਉਹ ਆਪ ਹੀ ਉਹ ਕੰਮ ਕਰੇ ਤਾਂ ਫਿਰ ਇਹਦੇ 'ਚ ਦੇਖੋ ਹੁਣ ਕਸੂਰ ਕਿਹਦਾ ਆ। ਜ਼ਿੰਮੇਵਾਰ ਲੋਕਾਂ ਦੀ ਗੱਲ ਦੱਸਦਾ। ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਆਉਂਦਾ ਦਮੋਹ, ਜਿੱਥੇ ਇੱਕ ਸ਼ਖਸ ਆਪਣੀ ਬਿਮਾਰ ਮਾਂ, ਕਰੋਨਾ ਪੀੜਤ ਮਾਂ ਦਾ ਇਲਾਜ ਕਰਾ ਰਿਹਾ। ਉੱਥੇ ਆਕਸੀਜਨ ਰਹਿ ਗਿਆ ਸਿਰਫ 2 ਘੰਟੇ ਦਾ, ਬੀਤੇ ਦਿਨ ਦੀ ਗੱਲ ਆ।
2 ਘੰਟੇ ਦਾ ਆਕਸੀਜਨ ਰਹਿ ਗਿਆ। ਹੁਣ ਜਿਹਦੀ ਮਾਂ ਆਕਸੀਜਨ ਤੇ ਲੱਗੀ ਪਈ ਹੋਵੇ ਵੈਂਟੀਲੇਟਰ ਤੇ, ਉਹਦੇ ਪੁੱਤ ਨੂੰ ਕਿੱਥੋਂ ਚੈਨ ਆ ਜਾਂਦੀ ਹੈ। ਉਹ ਦੌੜਾ ਬਾਹਰ ਫਿਰਦਾ, ਕਦੇ ਡਾਕਟਰਾਂ ਨੂੰ ਪੁੱਛਦਾ, ਕਦੇ ਸਟਾਫ ਨੂੰ ਵੀ ਕੀ ਕੀਤਾ ਜਾਵੇ। ਹੁਣ ਸਟਾਫ ਨੂੰ ਡਾਕਟਰ ਕਹਿ ਦਿੰਦੇ ਵੀ ਹਮਾਰੇ ਪਾਸ ਤਾਂ ਪ੍ਰਬੰਧ ਨਹੀਂ ਹੈ, ਆਪ ਕਰ ਲਓ। ਉਹਨਾਂ ਲਈ ਤਾਂ ਕਹਿਣਾ ਬਹੁਤ ਸੌਖਾ, ਕਿਉਂਕਿ ਉਹਨਾਂ ਨੇ ਤਨਖਾਹ ਲੈਣੀ ਆ। ਉਹਨਾਂ ਲਈ ਕਿਹੜਾ ਬੰਦਾ ਮਰਦਾ ਜੀਂਦਾ ਕੋਈ ਫਰਕ ਨਹੀਂ ਹੈ। ਜਿਹਦੇ ਪਰਿਵਾਰ ਨੇ ਜਾਣਾ ਉਹਦੇ ਜੋ ਬਣੀ ਹੁੰਦੀ ਆ ਉਹ ਉਹੀ ਜਾਣਦਾ। ਉਹ ਦੌੜਦਾ ਭੱਜਦਾ, ਉਹਨੂੰ ਇਹਨੇ ਨੂੰ ਪਤਾ ਲੱਗਦਾ ਵੀ ਕੇਂਦਰੀ ਮੰਤਰੀ ਇੱਥੇ ਆਇਆ ਹੋਊਗਾ। ਅੱਛਾ, ਜਦੋਂ ਕੇਂਦਰੀ ਮੰਤਰੀ ਆਉਂਦੇ ਆ ਤੇ ਕੁਦਰਤੀ ਉਸ ਬੰਦੇ ਦੇ ਆਉਂਦੀ ਦਿਮਾਗ 'ਚ ਵੀ ਹਾਂ ਵੀ ਸੈਂਟਰ ਦਾ ਮੰਤਰੀ ਆਇਆ, ਇਹ ਮੇਰੀ ਮਾਂ ਲਈ ਕੋਈ ਨਾ ਕੋਈ ਪ੍ਰਬੰਧ ਕਰੂਗਾ ਆਕਸੀਜਨ ਦਾ, ਤੇ ਜਿੱਥੇ ਮਾਂ ਦਾ ਪ੍ਰਬੰਧ ਹੋਊਗਾ ਉੱਥੇ ਹੋਰ ਮਰੀਜ਼ ਵੀ ਹੋਣੇ, ਇਹਦਾ ਬਾਕੀਆਂ ਦਾ ਵੀ ਹੋਊਗਾ। ਉਹ ਦੌੜ ਕੇ ਉਹਦੇ ਕੋਲ ਜਾਂਦਾ ਵੀ ਮੇਰੀ ਮਾਂ ਮਰਨ ਵਾਲੀ ਆ, ਉਹਦੇ ਲਈ ਸਿਲੰਡਰ ਦਾ ਪ੍ਰਬੰਧ ਕਰਕੇ ਦਿਓ। ਤੇ ਉਤੋਂ ਮੰਤਰੀ ਸਾਹਿਬ ਕਹਿੰਦੇ ਆ ਐਸੇ ਬਾਤ ਕਰੇਗਾ ਤਾਂ 2 ਖਾਏਗਾ। ਅੱਛਾ, ਤੁਸੀਂ ਦੇਖੋ ਵੀ ਮੰਗ ਰਿਹਾ ਉਹ ਆਕਸੀਜਨ ਦਾ ਸਿਲੰਡਰ, ਉਹਨੂੰ ਕਹਿੰਦਾ ਤੇਰੇ ਵਿੱਚ ਚਪੇੜਾ ਮਾਰਨੀਆਂ। ਕਿੱਡੇ ਕ ਜ਼ਿੰਮੇਵਾਰ ਬੰਦੇ ਆ ਇਹ। ਫਿਰ ਕਹਿੰਦੇ ਵੀ ਅਸੀਂ ਸੈਂਸਿਟਿਵ ਬਹੁਤ ਆ, ਅਸੀਂ ਆਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ। ਆਹ ਸੈਂਸਿਟਿਵਿਟੀ ਇਹਨਾਂ ਤੋਂ ਝਲਕਦੀ ਆ। ਉਸ ਸ਼ਖਸ ਨੂੰ ਕਹਿ ਰਿਹਾ ਉਹ ਮੰਤਰੀ ਵੀ ਤੇਰੇ ਮੈਂ 2 ਲਫੇੜੇ ਮਾਰ ਦੇਣੇ ਆ ਜੇ ਤੂੰ ਇਹੋ ਜਿਹੀ ਗੱਲ ਕੀਤੀ। ਤੇ ਉਹ ਕਹਿੰਦਾ ਬੇਸ਼ੱਕ 2 ਛੱਡ ਕੇ 4 ਮਾਰ ਦਿਓ, ਜੇ ਮੇਰੀ ਮਾਂ ਲਈ ਆਕਸੀਜਨ ਮਿਲਣਾ ਇਹ 4 ਲਫੇੜਿਆਂ ਕਰਕੇ ਤਾਂ ਮੈਂ ਉਹ ਵੀ ਸਹਿਣ ਕਰਨ ਨੂੰ ਤਿਆਰ ਆ। ਤੇ ਇਹ ਤਾਂ ਉਹਦੇ ਮੂੰਹ ਤੇ ਚਪੇੜ ਹੋ ਗਈ। ਤੇ ਕੀ ਮਿਲਿਆ? ਮੁੜ ਕੇ ਉੱਥੋਂ ਦੀ ਜਿਹੜੀ ਸਾਰੀ ਲੀਡਰਸ਼ਿਪ ਆ ਉਸ ਪਾਰਟੀ ਦੀ, ਉਹਨੂੰ ਵੀ ਬਚਾਅ 'ਚ ਲੱਗ ਗਈ। ਨਹੀਂ ਜੀ ਉਹ ਤਾਂ ਮੰਤਰੀ ਬਹੁਤ ਸੈਂਸਿਟਿਵ ਆ, ਇਦਾਂ ਕਹਿ ਹੀ ਨਹੀਂ ਸਕਦਾ, ਉਹਨੂੰ ਹਾਲਾਤ ਦਾ ਨਹੀਂ ਸੀ ਪਤਾ। ਜੇ ਦੇਸ਼ ਦੇ ਵਜ਼ੀਰ ਨੂੰ ਦੇਸ਼ ਦੇ ਹਾਲਾਤ ਦਾ ਨਹੀਂ ਪਤਾ ਤੇ ਹੋ ਸਕਦਾ ਉੱਥੋਂ ਦਾ MP ਸੀ ਉਹ, ਉੱਥੋਂ ਦੇ ਹਾਲਾਤ ਦਾ ਨਹੀਂ ਪਤਾ, ਤਾਂ ਫਿਰ ਤੁਸੀਂ ਆਮ ਬੰਦੇ ਨੂੰ ਕੀ ਆਪਾਂ ਆਸ ਕਰਾਂਗੇ। ਮੁੜ ਕੇ ਉਹਨੂੰ ਬਚਾਅ ਕਰਨ 'ਚ ਲੱਗੇ ਰਹੇ ਵੀ ਨਹੀਂ ਜੀ ਅਸੀਂ ਇਹਦਾ ਪ੍ਰਬੰਧ ਕਰਦੇ ਆ, ਜੇ ਉਹ ਮੁੜ ਕੇ ਉਹ ਵਿਰੋਧੀ ਧਿਰ ਨੂੰ ਫਿਰ ਮੌਕਾ ਮਿਲ ਜਾਂਦਾ। ਤੇ ਜਦੋਂ ਵਿਰੋਧੀ ਧਿਰ ਸਵਾਲ ਉਠਾਉਂਦੀ ਆ ਤੇ ਫਿਰ ਉਹੀ ਕਹਿਣ ਲੱਗ ਪੈਂਦੇ ਆ, ਕਹਿੰਦੇ ਜੀ ਇਹ ਤਾਂ ਸਿਆਸਤ ਹੋ ਰਹੀ ਆ। ਆਪ ਦੇ ਬੰਦੇ ਨੂੰ ਨਹੀਂ ਸਮਝਾਉਣਾ। ਇਹ ਕਿੰਨੀ ਕੁ ਸਿਆਣੀ ਗੱਲ ਆ ਵੀ ਇੱਕ ਬੰਦਾ ਲਾਚਾਰ ਹੋ ਕੇ ਤੁਹਾਡੇ ਵੱਲ ਇੱਕ ਰੱਬ ਵਾਂਗੂ ਤੁਹਾਡੇ ਵੱਲ ਦੌੜਿਆ ਵੀ ਹਾਂ ਵੀ ਇਹ ਮੰਤਰੀ ਆ ਕੁਝ ਕਰੂਗਾ, ਤੇ ਤੁਸੀਂ ਉਹਨੂੰ ਆਹ ਜਵਾਬ ਦੇ ਰਹੇ ਆ। ਤੇ ਫਿਰ ਉਹਦੇ 'ਚ ਤੁਹਾਡੇ ਤੇ ਵਿਸ਼ਵਾਸਯੋਗਤਾ ਕਿੰਨੀ ਕੁ ਬਣੀ ਰਹੂਗੀ ਤੇ ਵੀ ਲੋਕਾਂ ਦੇ ਵਿੱਚ ਆਪੇ ਰੌਲਾ ਪੈਣਾ ਹੀ ਹੈ। ਸੋ ਇਹ ਆਕਸੀਜਨ ਦੀ ਕਿੱਲਤ ਔਰ ਜ਼ਿੰਮੇਵਾਰ ਆਗੂਆਂ ਦੀ ਗੱਲ ਮੈਂ ਕੀਤੀ ਹੈ ਵੀ ਕਿੰਨੇ ਕੁ ਜ਼ਿੰਮੇਵਾਰ ਹੈ। ਬਿਲਕੁਲ ਸ਼ੇਗਲ ਸਾਹਿਬ, ਅਸੀਂ ਨੰਬਰ 1 ਤੇ ਤਾਂ ਪਹੁੰਚ ਗਏ ਕਰੋਨਾ ਕੇਸਾਂ ਦੇ ਮਾਮਲੇ ਦੇ ਵਿੱਚ, ਤੇ ਟੀਕੇ ਵੀ ਅਸੀਂ ਵੰਡ ਕੇ ਆਪਣੀਆਂ ਮੁਲਾਜ਼ੇਦਾਰੀਆਂ ਪੂਰੀਆਂ ਕਰ ਲਈਆਂ ਨੇ। ਇਸ ਵੇਲੇ ਟੀਕਿਆਂ ਦੀ ਕਿੱਲਤ ਹੈ ਤੇ ਟੀਕਾਕਰਨ ਮੁਹਿੰਮ ਦਾ ਕੀ ਹਾਲ ਹੈ? ਟੀਕਾਕਰਨ ਮੁਹਿੰਮ ਦਾ ਇਹ ਹਾਲ ਆ ਵੀ 16 ਜਨਵਰੀ ਨੂੰ ਜਦੋਂ ਸ਼ੁਰੂਆਤ ਹੋਈ ਸੀ ਟੀਕਾਕਰਨ ਮੁਹਿੰਮ ਦੀ, ਉਹ ਤੋਂ ਬਾਅਦ ਗਿਣਤੀ ਟੀਕਿਆਂ ਦੀ ਵੱਧ ਨਹੀਂ ਰਹੀ ਸੀ ਲੋਕਾਂ ਦੇ ਲਵਾਉਣ ਵਾਲਿਆਂ 'ਚ, ਕਿਉਂਕਿ ਉਹਨਾਂ ਸ਼ਸ਼ੋਪਨ ਸੀਗਾ ਵੀ ਕਿਹੜਾ ਲਵਾਈਏ ਕਿਹੜਾ ਨਾ ਲਵਾਈਏ ਕਿ ਨਾ ਲਵਾਈਏ। ਬਹੁਤ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਅਫਵਾਹਾਂ ਸੀਗੀਆਂ, ਡਰਦੇ ਸੀਗੇ ਲੋਕ, ਉਹ ਫਲਾਣੇ ਨੂੰ ਐ ਹੋ ਗਿਆ, ਫਲਾਣਾ ਇਦਾਂ ਹੋ ਗਿਆ, ਨਾ ਹੀ ਲਵਾਈਏ ਚੰਗਾ ਆ। ਤੇ ਜੇ ਲੋਕਾਂ 'ਚ ਜਾਗਰੂਕਤਾ ਆਈ, ਲਵਾਉਣ ਦੀ ਦੌੜ ਲੱਗੀ ਤੇ ਨਹੀਂ ਵੀ ਟੀਕਾ ਲਵਾਉਣਾ ਹੀ ਲਵਾਉਣਾ, ਇੱਕ ਦੂਜੇ ਵੱਲ ਦੇਖ ਕੇ ਕਿਸੇ ਨੂੰ ਉਤਸ਼ਾਹਿਤ ਕੀਤਾ, ਕਿਸੇ ਨੇ ਬਹੁਤ ਪ੍ਰੇਰਿਤ ਕੀਤਾ, ਤੇ ਮੁੜ ਕੇ ਆ ਗਈ ਟੀਕਿਆਂ ਦੀ ਕਮੀ। ਸ਼ੁਰੂਆਤ ਵਿੱਚ ਇੱਕ ਦਿਨ 'ਚ 40 ਤੋਂ 45 ਲੱਖ ਰੋਜ਼ਾਨਾ ਟੀਕੇ ਲੱਗਦੇ ਸੀ। ਸ਼ੇਗਲ ਸਾਹਿਬ, ਅਸੀਂ ਟੀਕਿਆਂ ਦੀ ਵਿਸਥਾਰ 'ਚ ਆ ਕੇ ਗੱਲ ਕਰਦੇ ਹਾਂ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਗਲ ਸਾਹਿਬ, ਅਸੀਂ ਗੱਲ ਕਰ ਰਹੇ ਸੀ ਟੀਕਾਕਰਨ ਦੀ ਕਿੱਲਤ ਹੈ ਤੇ ਟੀਕਾਕਰਨ ਮੁਹਿੰਮ ਕਿੱਥੇ ਤੱਕ ਪਹੁੰਚੀ ਹੈ? ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਪਹਿਲੇ ਜਦੋਂ ਸ਼ੁਰੂਆਤ ਹੋਈ ਸੀ ਪਹਿਲੇ ਗੇੜ ਦੀ, ਉਦੋਂ ਰੋਜ਼ਾਨਾ ਦੇ ਜਿਹੜੇ 44 ਲੱਖ 45 ਲੱਖ ਟੀਕੇ ਲੱਗ ਰਹੇ ਸੀ ਜੀ। ਇਹ ਘਟਦੇ 20-22 ਲੱਖ ਤੇ ਆ ਗਏ। ਇਹਦਾ ਰੀਜ਼ਨ ਦੱਸੂ ਸਰਕਾਰ? ਕਿਸੇ ਨੇ ਨਹੀਂ ਦੱਸਣਾ ਜੀ। ਅੱਧੀ ਗਿਣਤੀ ਕਿਉਂ ਰਹਿ ਗਈ? ਜਦ ਕਿ ਟੀਕਿਆਂ ਦੀ ਗਿਣਤੀ 44-45 ਲੱਖ ਤੋਂ ਰੋਜ਼ਾਨਾ ਦੇ ਕਰੋੜ ਤੱਕ ਪਹੁੰਚਣੀ ਚਾਹੀਦੀ ਸੀ। ਉਹ ਘਟ ਕੇ ਅੱਧੀ ਰਹਿ ਗਈ। ਕਾਰਨ ਪਿੱਛੋਂ ਕੀ ਨਿਕਲਿਆ? ਵੇ ਪ੍ਰੋਡਕਸ਼ਨ ਘਟਿਆ, ਵੈਕਸੀਨ ਦੀ ਸ਼ਾਰਟੇਜ ਆ ਗਈ ਆ, ਬਣ ਨਹੀਂ ਰਹੀ, ਜਾਂ ਭਾਵੇਂ ਦੇਸ਼ਾਂ 'ਚ ਭੇਜਤੀ ਆ। ਕੱਚਾ ਮਾਲ ਅਮਰੀਕਾ ਦੇ ਇੱਥੋਂ ਕਿਤੋਂ ਆ ਰਿਹਾ, ਬਾਹਰਲੇ ਦੇਸ਼ਾਂ 'ਚ ਉਹ ਬੰਦ ਹੋਇਆ ਆ, ਉਹਦੀ ਸਪਲਾਈ ਚਲਾਉਣ ਨੂੰ ਕਹਿ ਰਹੇ ਆ। ਸੀਰਮ ਇੰਸਟੀਚਿਊਟ ਕਹਿ ਰਿਹਾ ਮੈਨੂੰ 3000 ਕਰੋੜ ਰੁਪਈਆ ਦਿਓ, ਮੇਰੇ ਕੋਲ ਰॉ ਮਟੀਰੀਅਲ ਮੰਗਵਾਉਣ ਨੂੰ ਪੈਸਾ ਹੈ ਨਹੀਂ। ਉਹਦੇ ਲਈ ਸਰਕਾਰ ਨੇ ਫਿਰ ਜਾਰੀ ਕਰ ਦਿੱਤਾ। ਇਹ ਸਾਰਾ ਕੁਝ ਮੈਂ ਉਹੀ ਗੱਲ ਫੇਰ ਆਉਣਾ ਆ ਵੀ ਪਹਿਲਾਂ ਕਿੱਥੇ ਗਈ ਹੁੰਦੀ ਸਰਕਾਰ, ਸੁੱਤੀ ਹੁੰਦੀ ਆ ਜੀ। 6 ਮਹੀਨੇ ਦੇ ਲੋਕਡਾਊਨ ਦੇ ਵਿੱਚ ਜਦੋਂ ਦੁਨੀਆ ਸਾਰੀ ਦੁਬਕ ਕੇ ਘਰ ਹੀ ਬੈਠੀ ਸੀ ਤੇ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਸੀ ਵੀ ਅਸੀਂ ਆਪਣਾ ਸਿਹਤ ਸਿਸਟਮ ਮਜ਼ਬੂਤ ਕਰ ਲਈਏ। ਬਿਲਕੁਲ ਬਾਹਰਲੇ ਕੰਮ ਸਰਕਾਰਾਂ ਦੇ ਤਾਂ ਚੱਲਦੇ ਸੀ ਨਾ, ਸਰਕਾਰ ਟੂ ਸਰਕਾਰ ਕੰਟੈਕਟ ਚੱਲਦਾ ਸੀ ਜੀ। ਇਹਨਾਂ ਦੀਆਂ ਫਲਾਈਟਾਂ, ਇਹਨਾਂ ਦੇ ਬੰਦੇ, ਸਭ ਇੰਪੋਰਟ ਐਕਸਪੋਰਟ ਕੰਮ ਚੱਲਦਾ ਸੀਗਾ। ਉਦੋਂ ਇਹਨਾਂ ਨੇ ਵੈਂਟੀਲੇਟਰ ਕਿੰਨੇ ਕੁ ਮੰਗਾਏ ਦੱਸਣ, ਉਦੋਂ ਇਹਨਾਂ ਨੇ ਆਕਸੀਜਨ ਦਾ ਪ੍ਰਬੰਧ ਕੀ ਕੀਤਾ ਦੱਸਣ। ਕਿ ਜੇ ਦਵਾਈ ਦਾ ਤੁਸੀਂ ਬਣਾ ਰਹੇ ਸੀਗੇ ਤੇ ਉਦੋਂ ਪ੍ਰੋਡਕਸ਼ਨ ਦੇ ਵਿੱਚ ਇਹੋ ਜਿਹਾ ਰੱਖ ਕੇ ਕਿਉਂ ਨਹੀਂ ਤੁਰੇ ਵੀ ਸਾਡੀ ਆਬਾਦੀ ਕਿੰਨੀ ਆ,
ਅਸੀਂ ਉਹਦੇ ਹਿਸਾਬ ਨਾਲ ਬਣਾਉਣਾ ਤਾਂ ਕਿ ਡੋਜ਼ ਜੇ ਆਪਾਂ ਵਿਦੇਸ਼ਾਂ ਨੂੰ, ਬਾਹਰਲੇ ਦੇਸ਼ਾਂ ਨੂੰ ਭੇਜ ਵੀ ਸਕਦੇ ਆ, ਜਾਂ ਦਿੱਤੀ ਵੀ ਆ, ਜਾਂ ਦੇਣੀ ਵੀ ਆ, ਤੇ ਉਸ ਤੋਂ ਬਾਅਦ ਸਾਡੇ ਦੇਸ਼ ਲਈ ਵੀ ਬਚਿਆ ਰਵੇ ਜੀ। ਇਹੋ ਜਿਹਾ ਪ੍ਰਬੰਧ ਕਿਤੇ ਦਿਸਿਆ ਸਾਨੂੰ? ਨਹੀਂ ਦਿਸਿਆ। ਜਦੋਂ ਫਿਰ ਉਹੀ ਗੱਲ ਆਉਂਦੀ ਆ ਵੀ ਹੁਣ ਜਦੋਂ ਪੀਕ ਤੇ ਚਲੇ ਗਿਆ ਕੰਮ ਤੇ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ। ਬੂਹੇ ਆਈ ਜੰਜ ਤੇ ਵਿੰਨੋ ਕੁੜੀ ਦੇ ਕੰਨ ਕਰਦੇ ਐਂ ਆ, ਕੰਨ ਉਦੋਂ ਹੀ ਵਿੰਨਦੇ ਆ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਹੱਥੋਂ ਨਿਕਲਣ ਲੱਗੀ ਗੱਲ। ਹੁਣ ਪ੍ਰੋਡਕਸ਼ਨ ਦੀ ਘਾਟ ਵੀ ਆ, ਰॉ ਮਟੀਰੀਅਲ ਵੀ ਹੈ ਨਹੀਂ, ਤੇ ਨਾਲ ਕਹਿ ਰਹੇ ਵੀ ਟੀਕਾ ਉਤਸਵ ਮਨਾਓ। ਜਿਹੜੇ 4 ਦਿਨ ਟੀਕਾ ਉਤਸਵ ਪ੍ਰਧਾਨ ਮੰਤਰੀ ਹੋਰਾਂ ਨੇ ਕਹੇ ਸੀ ਮਨਾਉਣ ਲਈ, ਉਸ ਦੌਰਾਨ ਵੀ ਜਿਹੜਾ ਪਹਿਲੇ ਵਾਲਾ ਟੀਚਾ ਸੀਗਾ 40-45 ਲੱਖ ਦਾ ਜਿਹੜਾ ਟੀਚਾ ਪਹਿਲਾਂ ਇਹਨਾਂ ਨੇ ਸਰ ਕੀਤਾ ਸੀ ਨਾ, ਉਹ ਇਸ ਟੀਕਾ ਉਤਸਵ ਦੇ 4 ਦਿਨਾਂ ਦੇ ਪ੍ਰਤੀ ਦਿਨ ਵਿੱਚ ਫਿਰ ਵੀ ਨਹੀਂ ਹੋ ਸਕਿਆ। ਕਿਉਂ ਨਹੀਂ ਹੋਇਆ? ਇਹਦੇ ਪ੍ਰਤੀ ਪੂਰਾ ਜ਼ੋਰ ਲਾਉਣਾ ਪਊਗਾ, ਕਿਉਂਕਿ ਹੁਣ ਸਾਡੇ ਕੋਲ 2 ਚੀਜ਼ਾਂ ਤੇ ਇਹਨਾਂ ਕੋਲ ਤਾਂ ਪਹਿਲਾਂ ਹੀ ਕਿੱਲਤ ਆ ਗਈ ਸੀ ਜੇ ਕਰੋਨਾ ਨਾਲ ਜਿਹੜੇ ਸਹੀ ਜੰਗ ਲੜਨੀ ਆ ਜੀ। ਦੂਜੀ ਹੈ ਨਹੀਂ, ਵੈਂਟੀਲੇਟਰ ਹੈ ਨਹੀਂ, ਆਕਸੀਜਨ ਹੈ ਨਹੀਂ, ਤੇ ਜੇ ਤੀਜਾ ਸਾਡੇ ਕੋਲ ਬਦਲ ਸੀਗਾ ਕਰੋਨਾ ਨੂੰ ਮਾਤ ਪਾਉਣ ਦਾ, ਉਹ ਵੈਕਸੀਨੇਸ਼ਨ ਸੀਗਾ। ਵੈਕਸੀਨੇਸ਼ਨ ਬਣ ਗਈ, ਦੋਨੇ ਟੀਕੇ ਬਹੁਤ ਕਾਰਗਰ ਆ, ਉਹਦੇ ਤੇ ਹੀ ਜ਼ੋਰ ਦੇ ਦਿੰਦੇ ਵੀ ਭਾਈ ਹੁਣ ਸਾਡੇ ਕੋਲ ਜੇ ਹੋਰ ਕੰਮ ਨਹੀਂ ਬਚਦਾ ਤਾਂ ਟੀਕੇ ਲਾਈ ਜਾਈਏ ਜੀ। ਕੁਛ ਤਾਂ ਉਹਦਾ ਫਾਇਦਾ ਹੋਵੇ। ਜਦੋਂ ਤੁਹਾਡੇ ਆਪਣੇ ਡਾਕਟਰ ਹੀ ਕਹਿ ਰਹੇ ਆ ਵੀ ਇਹਦਾ ਘੱਟੋ ਘੱਟ 500-600% ਤੱਕ ਐਂਟੀਬੋਡੀ ਬਣ ਜਾਂਦੀ ਆ, ਤੇ ਜੇ ਕਿਤੇ ਕੋਈ ਸੰਪਰਕ 'ਚ ਕਰੋਨਾ ਦੇ ਆ ਵੀ ਜਾਂਦਾ ਤਾਂ ਉਹ ਮੌਤ ਦਰ ਬਹੁਤ ਘਟ ਜਾਂਦੀ ਆ, ਤੇ ਉਧਰ ਕਿਉਂ ਨਹੀਂ ਜ਼ੋਰ ਦਿੱਤਾ? ਕਿ ਸਾਰੇ ਸਵਾਲ ਆ। ਅਗਲੀ ਗੱਲ, ਬਜਟ ਦੇ ਵਿੱਚ ਇਹਨਾਂ ਨੇ 35,000 ਕਰੋੜ ਰੁਪਈਆ ਸਿਰਫ ਵੈਕਸੀਨੇਸ਼ਨ ਵਾਸਤੇ ਰੱਖਿਆ ਜੀ, ਤੇ 35,000 ਕਰੋੜ ਦਾ ਫੰਡ ਰੱਖਣ ਦੇ ਬਾਵਜੂਦ ਵੈਕਸੀਨੇਸ਼ਨ ਦੀ ਘਾਟ ਕਿਉਂ ਆ ਗਈ? ਫਿਰ ਇਹ ਤੋਂ ਵੀ ਹੋਰ ਮਾੜੀ ਗੱਲ ਦੇਖੋ ਦੇਸ਼ ਦੀ ਆਉਂਦੀ ਆ ਵੀ ਇੱਕ ਦੇਸ਼ ਇੱਕ ਵੈਕਸੀਨ ਤੇ ਭਾਅ ਵੱਖ-ਵੱਖ, 3 ਭਾਅ, ਕੀਮਤਾਂ ਵੱਖ-ਵੱਖ, ਵੀ ਸਰਕਾਰੀ ਨੂੰ ਦੇਣੀ ਤੇ ਇੰਨੇ ਦੀ, ਪ੍ਰਾਈਵੇਟ ਨੂੰ ਦੇਣੀ ਤੇ ਇੰਨੇ ਦੀ, ਜੇ ਕੋਈ ਹੋਰ ਕਿਸੇ ਨੂੰ ਦੇਣੀ ਤੇ ਇੰਨੇ ਦੀ। ਇਹ ਕਿਹੜੀਆਂ ਬਾਤਾਂ ਹੈ? ਇਹ ਕਿੱਦਾਂ ਸਰਕਾਰ ਚਲਾਉਂਦੇ ਆ? ਕਿੱਦਾਂ ਇਹ ਦੇਸ਼ ਚਲਾਉਣਾ ਇਹਨਾਂ ਨੇ? ਵੀ ਜੇ ਤੁਸੀਂ ਵੱਡੇ ਵਾਅਦੇ ਚੋਣ ਮੈਨੀਫੈਸਟੋ 'ਚ ਕਰਦੇ ਆ ਵੀ ਬਿਜਲੀ ਮੁਫਤ ਦੇ ਦੇਾਂਗੇ, ਬਿਲਕੁਲ, ਉੱਥੇ ਤਾਂ ਨਹੀਂ ਦੇਖਦੇ ਵੀ ਪ੍ਰਾਈਵੇਟ ਆ ਕਿ ਜਾਂ ਸਰਕਾਰੀ ਆ ਜਾਂ ਬੰਦਾ ਕਿਹੜਾ ਕੰਮ ਕਰਦਾ, ਤੇ ਫਿਰ ਟੀਕੇ ਮੁਫਤ ਕਿਉਂ ਨਹੀਂ ਦਿੱਤੇ ਜਾ ਸਕਦੇ? ਜੇ ਤੁਸੀਂ 35,000 ਕਰੋੜ ਫੰਡ ਦਾ ਰੱਖਿਆ ਟੀਕਿਆਂ ਵਾਸਤੇ, PM ਕੇਅਰ ਫੰਡ ਦੇ ਵਿੱਚੋਂ ਤੁਸੀਂ 3800 ਕਰੋੜ ਕਿੰਨਾ ਜਮਾ ਹੋਇਆ ਉਹ ਦੱਸਿਆ ਤੇ ਅਸੀਂ ਇਹਦੇ ਵਿੱਚੋਂ ਟੀਕਿਆਂ ਲਈ ਰੱਖਣਾ ਆ, ਤੇ ਫਿਰ ਬਾਵਜੂਦ ਇਸ ਦੇ ਤੁਸੀਂ ਉਹਦੇ 3 ਕੀਮਤਾਂ ਤੈਅ ਕਰਕੇ ਲੋਕਾਂ ਦੇ ਬੋਝ ਪਾ ਰਹੇ ਆ। ਹੁਣ ਰਹਿੰਦੀ ਗੱਲ ਰਾਜਾਂ ਤੇ ਸਿੱਟ ਦਿੱਤੀ, ਬਿਲਕੁਲ, ਵੀ ਰਾਜ ਤੁਸੀਂ ਕੰਪਨੀਆਂ ਤੋਂ ਸਿੱਧੇ ਮੰਗਾਓ ਜੀ। ਕਿਉਂ ਮੰਗਾਉਣ? ਉਹ ਤੁਹਾਡੇ ਕੋਲ ਫੰਡ ਇਕੱਠਾ ਹੋਇਆ, ਤੁਸੀਂ ਬਜਟ 'ਚ ਫੰਡ ਰੱਖਿਆ, ਤੁਸੀਂ ਇੱਕ ਉਹਨੂੰ ਟੀਚਾ ਰੱਖਿਆ, ਤੇ ਇਸ ਤੋਂ ਬਾਅਦ ਤੁਸੀਂ ਹੁਣ ਕਹਿ ਰਹੇ ਜੀ ਨਹੀਂ ਜੀ ਉਹਦੇ ਲਈ ਆਹ ਕੀਮਤ ਇੱਥੇ ਮਿਲਣੀ ਆ, ਆਹ ਕੀਮਤ ਇੱਥੇ ਮਿਲਣੀ ਆ। ਇਹ ਪ੍ਰਬੰਧ ਦੇਸ਼ ਦਾ ਦੇਖੋ ਹਾਲ ਸਾਡਾ ਜੀ। ਤੇ ਐਦਾਂ ਕਰੋਨਾ ਨਾਲ ਲੜਾਈ ਲੜਨੀ ਆਪਾਂ? ਤੁਸੀਂ ਮਨੁੱਖੀ ਜਾਨ ਨੂੰ ਐਵੇਂ ਇੱਕ ਮਾਮੂਲੀ ਜੀ ਸਮਝ ਲਈ ਗੱਲ, ਕੋਈ ਨਹੀਂ ਮਰਦੇ ਤਾਂ ਫਿਰ ਕੀ ਹੋ ਗਿਆ? ਬਿਲਕੁਲ, 30 ਲੱਖ ਤੋਂ ਉੱਪਰ ਜਾਨਾਂ ਚਲੇ ਗਈਆਂ ਸਾਰੇ ਦੁਨੀਆ 'ਚ। 14-15 ਕਰੋੜ ਜਿਹੜੇ ਆ ਇਸ ਵੇਲੇ ਕਰੋਨਾ ਮਰੀਜ਼ਾਂ ਦੀ ਗਿਣਤੀ ਪਹੁੰਚ ਗਈ ਆ, ਤੇ ਕਿਸੇ ਹੋਰ ਬਾਹਰਲੇ ਦੇਸ਼ਾਂ 'ਚ ਦੇਖ ਲਓ ਜਾ ਕੇ ਵੀ ਕਿਤੇ ਇਹੋ ਜਿਹਾ ਰੌਲਾ ਸੁਣਦਾ ਜੀ। ਉੱਥੇ ਵੀ ਵੈਂਟੀਲੇਟਰ ਤੇ ਲੋਕੇ ਹੋਣੇ ਆ, ਉੱਥੇ ਵੀ ਆਕਸੀਜਨ ਤੇ ਹੋਣੇ ਆ, ਉੱਥੇ ਵੀ ਟੀਕੇ ਲੱਗ ਰਹੇ ਆ, ਪਰ ਇਹੋ ਜੀ ਗੱਲ ਕਿਸੇ ਹੋਰ ਦੇਸ਼ 'ਚ ਸੁਣੀ ਆ ਜਿੰਨੀ ਆਪਣੇ ਦੇਸ਼ 'ਚ ਰੌਲਾ ਪੈ ਰਿਹਾ। ਇਹ ਹਰੇਕ ਗੱਲ ਨੂੰ ਸਿਆਸਤ ਦੇ ਵਿੱਚ ਕਿਉਂ ਲੈ ਆਉਂਦੇ ਆ, ਸਮਝ ਤੋਂ ਬਾਹਰ ਆ। ਬਿਲਕੁਲ, ਤੁਸੀਂ ਘੱਟੋ ਘੱਟ ਇੱਕ ਮਨੁੱਖਤਾ ਨੂੰ ਤਾਂ ਬਾਹਰ ਰੱਖੋ। ਇਹ ਸਾਰੀ ਕਹਾਣੀ ਮਨੁੱਖਤਾ ਦੀ ਆ। ਜੇ ਆਪਾਂ ਮਹਾਮਾਰੀ ਆ ਕਿਸੇ ਨੇ ਲਿਆਂਦੀ ਨਹੀਂ, ਕੁਦਰਤੀ ਆਈ ਆ, ਤੇ ਉਹਦਾ ਟਾਕਰਾ ਜਿਹੜਾ ਆਪਾਂ ਇਕਜੁੱਟ ਹੋ ਕੇ ਨਹੀਂ ਲੜਾਂਗੇ, ਇਹਦੇ ਵਿੱਚ ਵੀ ਸਿਆਸਤ ਕਰਾਂਗੇ, ਤੇ ਉਹ ਮਹਾਮਾਰੀ ਆ ਉਹਨੇ ਤਾਂ ਤੁਹਾਨੂੰ ਬਖਸ਼ਣਾ ਨਹੀਂ ਕਿਸੇ ਨੇ। ਤੁਸੀਂ ਹੁਣ ਦੇਖੋ ਇਸ ਲਹਿਰ ਦੇ ਵਿੱਚ, ਪਿਛਲੀ ਲਹਿਰ 'ਚ ਬੇਸ਼ੱਕ ਉਹ ਬਹੁਤਾ ਨਹੀਂ ਅਸਰ ਸੀ, ਆਹ ਜਿਹੜੀ ਲਹਿਰ ਦੇ ਵਿੱਚ ਇੰਨੀ ਤੇਜ਼ੀ ਨਾਲ ਸਿਆਸਤਦਾਨ ਹੋ ਰਹੇ ਕਰੋਨਾ ਪੋਜ਼ਿਟਿਵ, ਇੰਨੀ ਤੇਜ਼ੀ ਨਾਲ ਸੈਲੀਬ੍ਰਿਟੀਜ਼ ਹੋ ਰਹੇ ਆ, ਬਿਲਕੁਲ, ਵੱਡੇ ਆਗੂ ਜਿਹੜੇ ਆ ਉਹ ਅੱਜ ਤੁਸੀਂ ਕਿਤੇ ਵੀ ਸੋਸ਼ਲ ਮੀਡੀਆ ਖੋਲ ਕੇ ਦੇਖ ਲਓ, ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਡੈਥ ਦੀਆਂ ਖਬਰਾਂ ਨਾ ਮਿਲੀਆਂ ਤਾਂ ਕਹਿ ਦਿਓ ਜੀ। ਕੋਈ ਕਹਿ ਰਿਹਾ ਮੇਰਾ ਚਾਚਾ ਸੀ, ਕੋਈ ਕਹਿ ਰਿਹਾ ਮੇਰਾ ਪਿਓ ਸੀ, ਕੋਈ ਕਹਿ ਰਿਹਾ ਮੇਰੀ ਮਾਂ ਸੀ। ਇਹ ਰੋਜ਼ਾਨਾ ਸੋਸ਼ਲ ਮੀਡੀਆ ਤੇ ਜਿੱਥੇ ਜਾਗਰੂਕ ਕਰਨ ਵਾਲੀਆਂ ਚੀਜ਼ਾਂ ਚਾਹੀਦੀਆਂ ਲੋਕਾਂ ਨੂੰ, ਉੱਥੇ ਆਪਾਂ ਰੋਜ਼ਾਨਾ ਸਵੇਰ ਤੋਂ ਲੈ ਕੇ ਰਾਤ ਤੱਕ ਸਿਰਫ ਮੌਤਾਂ ਦੀ ਖਬਰਾਂ ਮਿਲਦੀਆਂ। ਤੇ ਇਹਦੋਂ ਪਰੇ ਹੋਰ ਭਿਆਨਕ ਸਥਿਤੀ ਕੀ ਬਣ ਸਕਦੀ ਆ? ਇਹ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਪਊ ਜੀ। ਸ਼ੇਖਰ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰੋਨਾ ਕਰਕੇ ਮੁਲਤਵੀ ਹੋ ਗਈਆਂ, ਪਰ ਬੰਗਾਲ ਦੀਆਂ ਨਹੀਂ ਹੋਈਆਂ। ਉੱਥੇ ਸਿਆਸਤ ਆ ਗਈ ਨਾ, ਫਿਰ ਕਰੋਨਾ ਬੰਗਾਲ ਤੋਂ ਡਰਦਾ? ਬਿਲਕੁਲ, ਉੱਥੇ ਸਿਆਸਤ ਆ ਗਈ। ਆਪਾਂ ਪਹਿਲਾਂ ਵੀ ਕਿਹਾ ਸੀ ਕਿ ਰੈਲੀਆਂ ਤੋਂ ਕਰੋਨਾ ਡਰਦਾ, ਤੇ ਫਿਰ ਉਹ ਕਹਿੰਦੇ ਨਹੀਂ ਜੀ ਇਹਨਾਂ ਅਫਵਾਹਾਂ ਵੱਲ ਨੂੰ ਨਾ ਜਾਓ। ਅਫਵਾਹਾਂ ਪੈਦਾ ਕੌਣ ਕਰਾਉਂਦਾ? ਅਫਵਾਹਾਂ ਨੂੰ ਜਨਮ ਕੌਣ ਦਿੰਦਾ? ਤੁਸੀਂ ਲੋਕ ਹੀ ਦਿੰਦੇ ਆ। ਹੁਣ ਮੰਨ ਲਓ ਪ੍ਰਚਾਰ ਚੱਲ ਰਿਹਾ ਸੀ ਦਿੱਲੀ ਦੇ ਵਿੱਚ, ਦਿੱਲੀ ਚੋਣਾਂ ਵਾਸਤੇ, ਗੁਰਦੁਆਰਾ ਚੋਣਾਂ ਵਾਸਤੇ, ਕਿੰਨੇ ਦਿਨ ਤੋਂ ਚੱਲਦਾ ਸੀਗਾ? 25 ਨੂੰ ਵੋਟਾਂ ਪੈਣੀਆਂ ਸੀ, 26 ਤੱਕ ਲਾਕਡਾਊਨ ਲਾਤਾ ਕੇਜਰੀਵਾਲ ਨੇ। 26 ਤੱਕ ਲਾਕਡਾਊਨ ਲਾਤਾ ਕੇਜਰੀਵਾਲ ਨੇ, ਤਾਂ ਫਿਰ ਮੰਗ ਉੱਠਣ ਲੱਗੀ ਚਲੋ 25 ਨਾ ਅਸੀਂ 26 ਨੂੰ ਕਰ ਲਿਓ।
ਇੱਕ ਦਿਨ ਅੱਗੇ ਕਰ ਲਓ ਜੀ। ਤਾਂ ਕੀ ਉਹ ਪ੍ਰੋਸੈਸ ਪੂਰਾ ਨਹੀਂ ਸੀ ਕੀਤਾ ਗੁਰਦੁਆਰਾ ਚੋਣ ਕਮਿਸ਼ਨ ਨੇ? ਜੀ। ਉਹ ਸ਼ਡਿਊਲ ਤੈਅ ਨਹੀਂ ਸੀ, ਵੋਟ ਬੈਲਟ ਬਣ ਨਹੀਂ ਗਏ ਸੀਗੇ, ਨਿਸ਼ਾਨ ਅਲਾਟ ਨਹੀਂ ਹੋ ਗਏ ਸੀਗੇ, ਬਿਲਕੁਲ। ਸਾਰਾ ਕੁਝ ਹੋ ਗਿਆ ਸੀਗਾ। ਤੇ ਇਸ ਦੌਰਾਨ ਹੀ ਉਹ ਚੋਣਾਂ ਰੱਦ ਹੋ ਸਕਦੀਆਂ। ਬਿਲਕੁਲ। ਤੇ ਬੰਗਾਲ ਦੇ ਵਿੱਚ ਇਹ ਬਹਾਨਾ ਲਾਇਆ ਜਾਂਦਾ ਵੀ ਨਹੀਂ ਹੁਣ ਸ਼ਡਿਊਲ ਤੈਅ ਹੋ ਚੁੱਕਾ ਆ, ਸਾਰਾ ਕੁਝ ਖਰਚਾ ਹੋ ਚੁੱਕਾ ਆ, ਸੁਰੱਖਿਆ ਬਲ ਤੈਨਾਤ ਆ, ਇੰਨਾ ਖਰਚਾ ਪੈਸਾ ਲਾ ਚੁੱਕੇ ਆ, ਹੁਣ ਉਹ ਰੱਦ ਨਹੀਂ ਹੋ ਸਕਦੀਆਂ। ਇਹ ਦੋਹਰੇ ਮਾਪਦੰਡ ਸਾਰਿਆਂ ਵਾਸਤੇ ਹੀ ਆ। ਸਿਰਫ ਮੈਂ ਦੁਬਾਰਾ ਫਿਰ ਉਸੇ ਗੱਲ ਤੇ ਆਉਣਾ ਵੀ ਜਿੱਥੇ ਆਪਾਂ ਨੂੰ ਫਾਇਦਾ ਮਿਲਦਾ ਆ ਉਹ ਕਰ ਲਓ, ਜਿੱਥੇ ਕਿਤੇ ਨਹੀਂ ਫਾਇਦਾ ਮਿਲਦਾ ਹੈ ਉੱਥੇ ਛੱਡ ਦਿਓ। ਮੈਂ ਇਹੀ ਕਹਿੰਦਾ ਵੀ ਛੇਤੀ ਨਿਜਾਤ ਮਿਲੇ ਇਸ ਦੂਜੀ ਤੀਜੀ ਚੌਥੀ ਲਹਿਰ ਤੋਂ, ਤੇ ਆਪਾਂ ਫਿਰ ਉਹਨਾਂ ਆਗੂਆਂ ਦੇ ਬਿਆਨ ਵੀ ਸੁਣਨੇ ਆ। ਬਿਲਕੁਲ। ਮੁੜ ਕੇ ਇਹਨਾਂ ਨੇ ਸੰਸਦ ਵਿੱਚ ਵੀ ਔਰ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਵੀ ਬਹੁਤ ਬੜੇ ਬੜੇ ਦਮਕੱਜੇ ਮਾਰਨੇ ਆ ਵੀ ਦੇਖੋ ਸਾਡੇ ਸਟੇਟ ਦੇ ਵਿੱਚ ਕੋਈ ਗਰੀਬ ਭੁੱਖਾ ਨਹੀਂ ਸੁੱਤਾ। ਹੁਣ ਜਿਸ ਕਿਸੇ ਨੂੰ ਗਰੀਬ ਨੂੰ ਜਾ ਕੇ ਮਿਲ ਕੇ ਪੁੱਛੂਗੇ, ਅਗਲਾ ਆਪਣਾ ਦਰਦ ਬਿਆਨ ਕਰੂਗਾ ਤਾਂ ਹੀ ਪਤਾ ਲੱਗੂਗਾ ਨਾ। ਤੁਹਾਡੇ ਕਹਿਣ ਤੇ ਤਾਂ ਮੀਡੀਆ 'ਚ ਆ ਗਿਆ, ਗਰੀਬ ਨੂੰ ਕਿਹਨੇ ਪੁੱਛਣਾ ਜਾ ਕੇ? ਉਹਨੇ ਜਾਵਾਂ ਮੀਡੀਆ ਜਾ ਕੇ ਬੋਲਣਾ ਵੀ ਮੈਂ ਰਾਤ ਸੁੱਤਾ ਭੁੱਖਾ ਸੁੱਤਾ ਜਾਂ ਇੰਨੇ ਦਿਨ ਮੈਂ ਭੁੱਖਾ ਸੁੱਤਾ। ਸੋ ਇਹ ਦਮਗਜੇ ਮਾਰਨ ਦੀ ਬਜਾਏ ਅਮਲੀ ਰੂਪ ਦੇ ਵਿੱਚ ਗਰਾਊਂਡ ਲੈਵਲ ਤੇ ਕੰਮ ਕੀਤਾ ਜਾਵੇ ਤੇ ਫਿਰ ਬੇਸ਼ੱਕ ਇਹ ਲਾਕਡਾਊਨ ਵੀ ਲਾ ਦਿੰਦੇ ਆ ਤੇ ਲੋਕਾਂ ਨੂੰ ਇਹਦੇ 'ਚ ਕੋਈ ਹਰਜ ਨਹੀਂ ਹੈ, ਕਿਉਂਕਿ ਦਿੱਲੀ ਦੇ ਜਿਹੜੇ ਵਪਾਰੀ ਆ, ਦਿੱਲੀ ਦੇ ਵੱਡੇ ਜਿਹੜੇ ਲੋਕ ਆ, ਧਨਾੜ ਆ, ਉਹ ਇਸ ਵੇਲੇ ਕੇਜਰੀਵਾਲ ਸਰਕਾਰ ਤੋਂ ਇਹੀ ਮੰਗ ਕਰ ਰਹੇ ਆ ਜੀ ਵੀ ਤੁਸੀਂ ਜਿਹੜਾ 6 ਦਿਨ ਦਾ ਲਾਇਆ ਬੇਸ਼ੱਕ 15 ਦਿਨ ਦਾ ਲਾ ਲਓ, ਅਸੀਂ ਤੁਹਾਡੇ ਨਾਲ ਆ। ਲੋਕ ਬਚਣੇ ਚਾਹੀਦੇ ਆ ਜੀ। ਔਰ ਜੇ ਉਹ ਨਾਲ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਹੂਲਤ ਦੀ ਆਸ ਹੋਊਗੀ, ਬੇਸ਼ੱਕ ਸਰਕਾਰ ਦੇਵੇ ਨਾ ਦੇਵੇ, ਪਰ ਉਹਦੇ ਲਈ ਪਹਿਲਾਂ ਪ੍ਰਬੰਧ ਸਰਕਾਰ ਨੂੰ ਕਰਨਾ ਪਊਗਾ। ਲਾਕਡਾਊਨ ਸਥਿਤੀ ਦੁਆਰਾ ਮਜ਼ਦੂਰ ਵਰਗ ਝੱਲਣ ਦੇ ਸਮਰਥ ਨਹੀਂ ਹੈ। ਤੇ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਕੱਛਾਂ ਵਜਾ ਰਿਹਾ ਕਿ ਮੈਂ ਬੜੀ ਸੋਹਣੇ ਪ੍ਰਬੰਧ ਕੀਤੇ ਕਰੋਨਾ ਨੂੰ ਸਾਂਭਣ ਦੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਮਾਣ ਕਰਨਾ ਹੈ, ਤੇ ਮੰਤਰੀ ਕਿਉਂ ਨਾ ਕਰਨਗੇ ਮਾਣ ਆਪਣੇ ਆਪ ਤੇ? ਮੰਤਰੀਆਂ ਨੇ ਤਾਂ ਕੱਛਾਂ ਵਜਾਉਣੀਆਂ ਮਾਰਨੇ ਬਿਲਕੁਲ, ਉਹਨਾਂ ਨੇ ਤਾਂ ਦਮਗੱਜੇ ਮਾਰਨੇ। ਪਰ ਇਹ ਨਿਰੇ ਕੱਛਾਂ ਵਜਾਉਣ ਨਾਲ ਗੱਲ ਨਹੀਂ ਨਾ ਬਣਨੀ ਵੀ ਉਹਨਾਂ ਦੇ। ਮੈਂ ਤਾਂ ਹੀ ਕਿਹਾ ਵੀ ਕਿਸੇ ਨੂੰ ਨਹੀਂ ਬਖਸ਼ਦਾ। ਗਰੀਬ ਤਾਂ ਬਹੁਤ ਜ਼ਿਆਦਾ ਇਹਦੇ ਲਪੇਟ 'ਚ ਆਉਂਦਾ ਕਿਉਂਕਿ ਉਹਨੂੰ ਸਹੀ ਇਲਾਜ ਨਹੀਂ ਮਿਲ ਰਿਹਾ, ਸਹੀ ਸਹੂਲਤ ਨਹੀਂ ਮਿਲ ਰਹੀ। ਜਿਹੜੇ ਵੱਡੇ ਵੱਡੇ ਜੇ ਇਹਦੇ ਚਪੇਟ 'ਚ ਆ ਰਹੇ ਆ ਉਹ ਸਹੂਲਤਾਂ ਹੋਣ ਦੇ ਬਾਵਜੂਦ ਵੀ ਆਪਣੀ ਜਾਨ ਨਹੀਂ ਬਚਾ ਸਕਦੇ। ਤੇ ਇਹ ਤੋਂ ਅੰਦਾਜ਼ਾ ਇਹਨਾਂ ਨੂੰ ਲਾਉਣਾ ਚਾਹੀਦਾ ਵੀ ਜੇ ਸਾਡੀ ਹਾਲਤ ਇਹ ਆ, ਜਿਨ੍ਹਾਂ ਕੋਲ ਸਾਰੀਆਂ ਸਹੂਲਤਾਂ ਆ ਉਹ ਫ੍ਰੀ ਦੀਆਂ, ਵੱਡੇ ਵੱਡੇ ਹਸਪਤਾਲ ਆ, ਵੱਡੇ ਵੱਡੇ ਡਾਕਟਰ ਆ, ਇੱਕ ਵਾਰੀ ਕੋਈ ਮੰਤਰੀ MP MLA ਚਲੇ ਜਾਵੇ ਹਸਪੀਟਲ, ਡਾਕਟਰ ਇੱਕ ਕੀ 10-10 ਮਗਰ ਘੁੰਮਣਗੇ ਵੀ ਕੁਝ ਹੋ ਨਾ ਜਾਵੇ ਸਾਡੇ ਹਸਪੀਟਲ 'ਚ, ਨਹੀਂ ਦਾਗ ਲੱਗ ਜਾਣਾ। ਗਰੀਬ ਆਪਣੀ ਮਾਂ ਲਈ ਆਕਸੀਜਨ ਮੰਗੇ ਤੇ ਉਹਨੂੰ ਕਹਿੰਦੇ 2 ਵਜੇ ਉਹਨੂੰ ਜਵਾਬ ਆ ਮਿਲਦਾ, ਤੇ ਫਿਰ ਉਹ ਗਰੀਬ ਦੀ ਹਾਲਤ ਕੀ ਹੋਊਗੀ? ਇਹ ਬਹੁਤ ਹੀ ਭਿਆਨਕ ਸਥਿਤੀ ਹੋ ਰਹੀ ਆ। ਸਾਡੇ ਮੀਡੀਆ ਦੇ ਵਿੱਚ ਇੱਕ ਫੋਟੋ ਵੀ ਛਪੀ ਆ, ਮੈਂ ਦੇਖਿਆ, ਕਾਨਪੁਰ ਦੇ ਇੱਕ ਸ਼ਮਸ਼ਾਨ ਘਾਟ ਦੀ ਆ। ਉਹ ਇੰਨੇ ਕੁ ਸਿਵੇ ਬਲਦੇ ਆ ਉੱਥੇ, ਗਿਣੇ ਨਹੀਂ ਜਾ ਰਹੇ। ਬਿਲਕੁਲ। ਉਹ ਗਿਣਤੀ ਨਹੀਂ ਉਹ ਫੋਟੋ ਵਿੱਚ ਕਰ ਸਕਦੇ ਆਪਾਂ ਵੀ ਜਿੰਨੇ ਕੁ ਸਿਵੇ ਬਲਦੇ ਆ। ਉਹੀ ਹਾਲ ਇੱਕ ਦਿਨ ਲਖਨਊ ਦਾ ਸੀਗਾ, ਉਹੀ ਹਾਲ ਛੱਤੀਸਗੜ੍ਹ ਦਾ ਸੀ। ਇੱਕ ਥਾਂ ਦੇ ਵਿੱਚ ਤਾਂ ਮੈਂ ਇਹ ਵੀ ਕਿਤੇ ਪੜ੍ਹਿਆ, ਇੱਕ ਪਰਿਵਾਰ ਦੇ 3 ਜੀ ਕਰੋਨਾ ਦੀ ਭੇਟ ਚੜ੍ਹ ਗਏ, ਬਚ ਗਈ ਸਿਰਫ ਉਹਨਾਂ ਦੀ ਨੂੰਹ। ਉਸ ਨੂੰਹ ਨੂੰ ਇੰਨੀ ਜ਼ਿਆਦਾ ਡਿਪਰੈਸ਼ਨ 'ਚ ਚੱਲ ਗਈ ਵੀ ਉਹਨੇ ਆਪਣੇ ਆਪ ਖੁਦਕੁਸ਼ੀ ਕਰ ਲਈ। ਇਹ ਹਾਲਾਤ ਆ ਦੇਸ਼ ਦੇ। ਗਰਾਊਂਡ ਲੈਵਲ ਤੇ ਜਾ ਕੇ ਦੇਖਣ ਨਾ, ਸਿਰਫ ਅੰਕੜਿਆਂ ਤੱਕ ਨਾ ਰਹਿਣ। ਇੱਕ ਤੇ ਪਹਿਲਾਂ ਵੀ ਮੈਂ ਇੱਕ ਥਾਂ ਪੜ੍ਹਿਆ ਸੀਗਾ ਵੀ ਇਹ ਨਾ ਦੇਖੋ ਵੀ ਕਿੰਨਿਆਂ ਨੂੰ ਟੀਕਾ ਲੱਗਾ ਆ, ਇਹ ਦੇਖੋ ਵੀ ਕਿੰਨੇ % ਲੋਕਾਂ ਨੂੰ ਟੀਕਾ ਲੱਗਾ ਆ। ਪਰਸੈਂਟੇਜ ਦੇ ਹਿਸਾਬ ਨਾਲ ਟੀਕਾ ਲਾਓ ਕਿ ਆਬਾਦੀ ਬਹੁਤ ਹੈ, 130 ਕਰੋੜ ਆ। ਜੇ ਆਪਾਂ 20 ਲੱਖ ਲਾਉਂਦੇ ਰਹਾਂਗੇ ਇੱਕ ਦਿਨ 'ਚ ਤੇ ਕਦੋਂ ਜਾ ਕੇ ਟੀਕਾਕਰਨ ਹੋਊਗਾ? ਪਰ ਸਾਡੀ ਸਰਕਾਰ ਜਿਹੜੀ ਹੈ ਕਰੋੜਾਂ 'ਚ ਅੰਕੜੇ ਦੱਸਦੀ ਹੈ ਵੀ ਲੋਕਾਂ ਨੂੰ ਲੱਗੇ ਕਿ ਬਹੁਤ ਟੀਕੇ ਲੱਗ ਗਏ ਨੇ। ਉਹ ਇਸੇ ਕਰਕੇ ਨਾ ਸਿਰਫ ਅੰਕੜਿਆਂ ਤੱਕ ਹੀ ਸੀਮਿਤ ਰਹਿ ਜਾਂਦੇ ਆ, ਅਸਲੀਅਤ ਜਿਹੜੀ ਆ ਉਸ ਤੋਂ ਕੋਸੋਂ ਦੂਰ ਹੁੰਦੀ। ਬਿਲਕੁਲ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਗਲ ਸਾਹਿਬ, ਹੁਣ ਕਰੋਨਾ ਤੋਂ ਬਾਹਰ ਨਿਕਲ ਕੇ ਪੰਜਾਬ ਦੀ ਸਿਆਸਤ 'ਚ ਆਉਂਦੇ ਆ। IG ਕੁੰਵਰ ਵਿਜੇ ਪ੍ਰਤਾਪ ਸਿੰਘ ਅਸਤੀਫਾ ਦੇ ਕੇ ਆਪਣੀ ਜਾਨ ਨੂੰ ਆਪ ਹੀ ਕੜੀਕੀ 'ਚ ਫਸਾਉਂਦੇ ਨਜ਼ਰ ਆ ਰਹੇ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, 2-3 ਹਫ਼ਤੇ ਪਹਿਲਾਂ ਜਦੋਂ ਹਾਈ ਕੋਰਟ ਨੇ ਅਜੇ ਇਹਦੇ ਬਾਰੇ ਡਿਸੀਜਨ ਜਾਂ ਜੱਜਮੈਂਟ ਨਹੀਂ ਦਿੱਤੀ ਸੀ, ਉਦੋਂ ਤੱਕ ਤਾਂ ਬਿਲਕੁਲ ਲੱਗਦਾ ਸੀਗਾ ਕਿ ਜੋ ਕੰਮ ਕੈਪਟਨ ਸਰਕਾਰ ਨੇ ਕਰ ਦਿੱਤਾ ਬੇਅਦਬੀ ਮਾਮਲੇ 'ਚ, ਉਹਦੇ 'ਚ ਇਹਦੀ ਸਰਕਾਰ ਕਾਂਗਰਸ ਦੀ ਦੁਬਾਰਾ ਆਈ ਜੀ। ਜਦੋਂ ਹਾਈ ਕੋਰਟ ਦਾ ਡਿਸੀਜਨ ਆ ਜਾਂਦਾ ਆ, ਉਸ ਤੋਂ ਬਾਅਦ ਫੇਰ ਹੋ ਜਾਂਦਾ ਪਰ ਨਹੀਂ ਇਹਦੇ ਵਿੱਚ ਸਿਆਸਤ ਕੰਮ ਕਰ ਗਈ ਜੀ। ਵੀ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਜਿਹੜੀ ਆ ਇਹਨਾਂ ਨੇ ਰੱਦ ਕਰਾਤੀ, ਇਹ ਸਿਆਸਤ ਨੇ ਰੱਦ ਕਰਾਤੀ। ਜਦ ਕਿ ਹਾਈ ਕੋਰਟ ਦਾ ਡਿਸੀਜਨ ਹੈ, ਉੱਤੇ ਟਿੱਪਣੀ ਕੋਈ ਨਹੀਂ ਕਰ ਸਕਦਾ। ਉਹਨੂੰ ਲੱਗਾ ਵੀ ਇਹਦੇ ਵਿੱਚ ਕਿਤੇ ਨਾ ਕੋਈ ਖਾਮੀ ਸੀ,
ਬਦਲਾ ਲਓ ਦੀ ਭਾਵਨਾ ਸੀ, ਕਿਸੇ ਦੇ ਖਿਲਾਫ ਜਾਣਬੁੱਝ ਕੇ ਐਕਸ਼ਨ ਕਰਨ ਦਾ ਤਿਆਰੀ ਸੀਗੀ, ਉਹਦੇ ਕਰਕੇ ਉਹਦਾ ਜੱਜਮੈਂਟ ਆਏ ਉਹਨੇ ਦੇਣੀ ਦਿੱਤੀ ਆ। ਜੱਜਮੈਂਟ ਦੀ ਕਾਪੀ ਹਜੇ ਕਿਤੇ ਜਨਤਕ ਮੈਨੂੰ ਲੱਗਦਾ ਨਹੀਂ ਹੋਈ, ਨਾ ਪੜ੍ਹਨ ਚ ਆਈ ਆ। ਹੋਇਆ ਕਿ ਉਸ ਤੋਂ ਬਾਅਦ ਇੱਕਦਮ ਘਟਨਾਕ੍ਰਮ ਬਦਲਦੇ ਆ। ਕੁੰਵਰ ਵਿਜੇ ਪ੍ਰਤਾਪ ਨੂੰ ਸਿੱਟ ਤੋਂ ਹਟਾਉਣ ਦਾ ਹੁਕਮ ਹੋਇਆ ਕਿ ਜੇ ਨਵੀਂ ਸਿੱਟ ਬਣਾਉਣੀ ਆ ਤੇ ਇਹ ਸ਼ਾਮਲ ਨਹੀਂ ਹੋਣਾ ਚਾਹੀਦਾ। ਪਹਿਲਾਂ ਮੈਂ ਇਹਦੇ ਵਿੱਚ ਵੀ ਦੱਸ ਦਵਾਂ ਕਿ ਨਵੇਂ ਸਿੱਟ ਦੀ ਜਿਹੜੀ ਦੁਬਾਰਾ ਗਠਨ ਹੋਣਾ ਆ, ਉਹਦੇ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਹੋਣੀ ਆ DIG, ਉਹਨਾਂ ਦਾ ਜ਼ਿਕਰ ਹੋ ਰਿਹਾ ਕਿ ਸੁਰਿੰਦਰਪਾਲ ਸਿੰਘ ਪਰਮਾਰ ਜਿਹੜੇ ਸਿੱਟ ਦੇ ਚੇਅਰਮੈਨ ਆ, ਉਹਨਾਂ ਨੇ ਕਿਹਾ ਕਿ ਇਹ ਯੋਗ ਅਫਸਰ ਆ, ਇਹਨੂੰ ਸ਼ਾਮਲ ਕੀਤਾ ਜਾਵੇ। ਚਲੋ ਇਹ ਇੱਕ ਨਿਊਜ਼ ਹੋ ਗਈ। ਉਹ ਤੋਂ ਬਾਅਦ ਸਿੱਟ ਦੇ ਵਿੱਚੋਂ ਹਟਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਦੇਖਿਆ ਕਿ ਹੁਣ ਮੌਕਾ, ਤੇ ਉਹਨਾਂ ਨੇ ਫਟਾਫਟ ਅਸਤੀਫਾ ਜਾਂ ਪ੍ਰੀ ਮੈਚੋਰ ਰਿਟਾਇਰਮੈਂਟ ਦੀ ਗੱਲ ਕਰਤੀ। ਗੱਲ ਘੁੰਮਦੀ ਘੁਮਾਉਂਦੀ ਆਈ ਕਿ ਹਾਂ ਵੀ ਇਹਦੇ ਉੱਤੇ ਪੇ ਇਹ ਵਧੀਆ ਕੰਮ ਕਰਦਾ ਸੀਗਾ, ਇਸ ਕਰਕੇ ਇਹਨੂੰ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ, ਸਿਆਸੀ ਪਾਰਟੀਆਂ ਨੇ ਬਰਦਾਸ਼ਤ ਨਹੀਂ ਕੀਤਾ, ਲੋਕਾਂ ਨੇ ਪ੍ਰਸ਼ੰਸਾ ਕੀਤੀ ਜੀ। ਜਦੋਂ ਉਹਦਾ ਘਟਨਾਕ੍ਰਮ ਹੋਰ ਤੁਰਿਆ ਗਾਹਾਂ, ਰਾਜਪਾਲ ਨੂੰ ਮਿਲ, ਸਪੀਕਰ ਨੂੰ ਮਿਲ, ਕਿਤੇ ਨਾ ਕਿਤੇ ਸਿਆਸੀ ਆਗੂਆਂ ਨਾਲ ਵੀ ਗੱਲ ਚੱਲ, ਤੇ ਜਦੋਂ ਇਦਾਂ ਦੀ ਗੱਲ ਚੱਲੀ ਤਾਂ ਫਿਰ ਆਪਣੇ ਆਪ ਮਨ 'ਚ ਖੜਕਦਾ ਵੀ ਇਹ ਬੰਦਾ ਵੀ ਹੁਣ ਸਿਆਸਤ 'ਚ ਆਉਣ ਦੀ ਤਿਆਰੀ 'ਚ ਹੈ। ਇਹਦੇ ਵਿੱਚ ਇਹ ਇਕੱਲਾ ਹੀ ਨਹੀਂ, ਜਿੰਨੇ ਵੀ IAS IPS ਜਾਂ ਹੋਰ ਜਿਹੜੇ ਵੱਡੇ ਵੱਡੇ ਅਫਸਰ ਆ, ਉਹ ਇਸ ਵੇਲੇ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਵਿੱਚ ਵੀ ਸੱਤਾ ਦਾ ਸੁੱਖ ਮਾਣ ਰਹੇ ਆ, ਕਿਤੇ ਸੂਬਿਆਂ ਦੇ ਵਿੱਚ ਵੀ ਸੂਬੇ ਦੀ ਸੱਤਾ ਦਾ ਸੁੱਖ ਮਾਣ ਰਹੇ ਆ। ਪਰ ਇਹਦੇ ਵਿੱਚ ਇਹ ਮੰਗ ਪਹਿਲਾਂ ਬਹੁਤ ਦੇਰ ਪਹਿਲਾਂ ਉੱਠੀ ਸੀ ਵੀ ਇਹੋ ਜਿਹੇ ਅਫਸਰ ਜਿਹੜੇ ਆ ਰਿਟਾਇਰ ਹੋ ਜਾਂਦੇ ਆ ਜਾਂ ਪ੍ਰੀ ਮੈਚੋਰ ਰਿਟਾਇਰਮੈਂਟ ਲੈ ਲੈਂਦੇ ਆ, ਜਾਂ ਜਿਹੜੀ ਪਾਰਟੀ ਆ ਇਹਨਾਂ ਦੇ ਪ੍ਰਭਾਵ ਨੂੰ ਦੇਖ ਕੇ ਪਹਿਲਾਂ ਰਿਟਾਇਰਮੈਂਟ ਕਰਾ ਕੇ ਚੋਣਾਂ 'ਚ ਖੜਾ ਦਿੰਦੀ ਆ, ਉਹਦੇ ਲਈ ਇੱਕ ਨਿਯਮ ਬਣਨਾ ਚਾਹੀਦਾ, ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜੇ ਕੋਈ IPS IAS ਅਫਸਰ ਰਿਟਾਇਰ ਹੁੰਦਾ ਆ ਜਾਂ ਪਹਿਲਾਂ ਨੌਕਰੀ ਛੱਡਦਾ ਆ ਤਾਂ 5 ਸਾਲ ਉਹਦੇ ਕਿਸੇ ਵੀ ਚੋਣ ਲੜਨ ਤੇ ਪਾਬੰਦੀ ਹੋਣੀ ਚਾਹੀਦੀ ਜੀ। ਜੇ ਇਦਾਂ ਹੋਵੇ ਤਾਂ ਫਿਰ ਇਹੋ ਜਿਹੇ ਜਿਹੜੇ ਪ੍ਰਸ਼ਾਸਨਿਕ ਅਫਸਰ ਆ ਉਹ ਸਿਆਸਤ ਦੇ ਹੱਥਾਂ 'ਚ ਨਹੀਂ ਖੇਡਣਗੇ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਮੇਰੀ ਰਿਟਾਇਰਮੈਂਟ ਨੂੰ ਕਿੰਨੇ ਸਾਲ ਰਹਿ ਗਏ ਆ, 2 ਜਾਂ 4, ਮੈਂ ਆ ਪਾਰਟੀ ਹੁਣ ਲੱਗਦਾ ਮੂਹਰੇ ਹਾਵੀ ਹੋਣ ਵਾਲੀ ਆ, ਉਹ ਉਹਦੀ ਪੁਸ਼ਤ ਪੁਨਾਈ ਕਰਨ ਲੱਗ ਪੈਂਦੇ ਤੇ ਪਾਰਟੀ ਨੂੰ ਵੀ ਲੱਗਣ ਲੱਗ ਪੈਂਦਾ ਵੀ ਹਾਂ ਵੀ ਇਹਦਾ ਹੋਲਡ ਹੈਗਾ ਆ ਤੇ ਆਪਣੇ ਲਈ ਤੇ ਆਹ ਬੰਦਾ ਜਿਹੜਾ ਇਸ ਹਲਕੇ ਦੇ ਵਿੱਚੋਂ ਪੱਕਾ ਮਿਲ ਗਿਆ, ਇਹ ਜਿੱਤਿਆ ਹੀ ਜਿੱਤਿਆ। ਬਾਕੀ ਪਾਰਟੀ ਨੇ ਜੋਰ ਲਾ ਦੇਣਾ ਹੁੰਦਾ, ਪਾਰਟੀ ਦਾ ਨਾਂ ਚੱਲਦਾ ਹੁੰਦਾ, ਪਾਰਟੀ ਦੇ ਹੱਕ 'ਚ ਪਤਾ ਹੁੰਦੀ ਵੀ ਹਵਾ ਕਦੋਂ ਚੱਲਣੀ ਕਦੋਂ ਨਹੀਂ ਚੱਲਣੀ ਆ। ਉਸ ਦੌਰਾਨ ਉਹ ਇੰਨੇ ਕੁ ਫਿਰ ਉਹ ਚਾਹੇ ਗਲਤ ਚਾਹੇ ਸਹੀ ਫੈਸਲੇ ਉਹ ਪਾਰਟੀ ਨੂੰ ਸਮਰਪਿਤ ਹੋ ਜਾਂਦਾ ਵੀ 4 ਸਾਲ ਬਾਅਦ ਜਾਂ 3 ਸਾਲ ਬਾਅਦ ਰਿਟਾਇਰਮੈਂਟ ਕੀ ਲੈਣੀ, ਆਪਾਂ ਹੁਣੇ ਚੋਣ ਲੜ ਕੇ ਤਾਂ ਆਪਾਂ ਇਹਨਾਂ ਦੀ ਝੋਲੀ ਪੈ ਜਾਣਾ। ਇਹਦੇ ਲਈ ਇੱਕ ਨਿਯਮ ਬਣਨਾ ਚਾਹੀਦਾ। ਇਹ ਗੱਲ ਹੋ ਗਈ ਇੱਕ ਵੱਖਰੀ। ਕੁੰਵਰ ਵਿਜੇ ਪ੍ਰਤਾਪ ਨੇ ਜਦੋਂ ਪੂਰੀ ਤਰ੍ਹਾਂ ਕਾਂਗਰਸ ਨੂੰ ਕਿਹਾ ਵੀ ਦੂਜੀ ਪਾਰਟੀਆਂ ਨੇ ਰਲਾ ਕੇ ਇਸ ਤਰੀਕੇ ਨਾਲ ਕੰਮ ਕੀਤਾ, ਪਰ ਮੇਰੀ ਜਿਹੜੀ ਜਾਂਚ ਆ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਇੱਥੇ ਕੋਈ ਉਂਗਲ ਨਹੀਂ ਉਠਾ ਸਕਦਾ। ਮੁੜ ਕੇ ਉਹਨੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਹੀ ਘੇਰ ਲਿਆ ਵੀ ਇਹਨੇ ਚੱਜ ਨਾਲ ਪੈਰਵਾਈ ਨਹੀਂ ਕੀਤੀ, ਇਹ ਪੇਸ਼ ਹੀ ਨਹੀਂ ਹੋਇਆ, ਇਹ ਹਜ਼ਾਰਾਂ ਲੱਖਾਂ ਰੁਪਏ ਲੈਂਦਾ ਰਿਹਾ, ਇਹਦੀ ਟੀਮ ਦਿੱਲੀੋਂ ਨਹੀਂ ਆਉਂਦੀ ਸੀ ਤਾਂ 5 ਤਾਰਾ ਹੋਟਲਾਂ 'ਚ ਠਹਿਰਦੀ ਸੀਗੀ, ਸਾਰਾ ਕੁਝ ਆ ਗਿਆ। ਹੁਣ ਉਹ ਪੰਜਾਬ ਸਰਕਾਰ ਦੇ ਖਿਲਾਫ ਹੋ ਗਿਆ। ਜਦੋਂ ਇਹੋ ਜਿਹੀ ਗੱਲ ਆ ਗਈ ਤਾਂ ਪੰਜਾਬ ਕੈਪਟਨ ਸਾਹਿਬ ਨੂੰ ਐਡਵੋਕੇਟ ਜਨਰਲ ਦੇ ਹੱਕ 'ਚ ਨਿਤਰਨਾ ਪਿਆ। ਹੁਣ ਉਹ ਆਪ ਇਸ ਕਦਰ ਘਿਰ ਗਿਆ ਐਡਵੋਕੇਟ ਜਨਰਲ ਨੂੰ ਘੇਰਨ ਦੇ ਵਿੱਚ ਵੀ ਪੰਜਾਬ ਦੇ ਸਾਰੇ ਮੰਤਰੀ ਉਹਨੂੰ ਲਾਲਾ ਕਰਕੇ ਪੈ ਗਏ। ਉਹ ਕਹਿੰਦੇ ਵੀ ਕੇਸ ਹੀ ਖਰਾਬ ਇਹਨੇ ਕੀਤਾ। ਹੁਣ ਵਿੱਚੋਂ ਕੀ ਨਿਕਲਣੀ ਗੱਲ ਕੀ ਹੈ ਉਹ ਬਾਅਦ ਦੀ ਗੱਲ ਹੈ, ਪਰ ਇਸ ਵੇਲੇ ਉਹ ਪੰਜਾਬ ਦੇ ਮੰਤਰੀਆਂ ਦੇ ਨਿਸ਼ਾਨੇ ਤੇ ਆ ਗਏ। ਆਪੇ ਫਾਥੜੀਏ ਤੈਨੂੰ ਕੌਣ ਬਚਾਵੇ ਵਾਲਾ ਹਾਲ ਹੋ ਗਿਆ। ਉਹ ਛਡਾਉਣ ਦੀ ਕਿਸੇ ਨੇ ਨਹੀਂ ਛਡਾਉਣਾ ਹੁਣ, ਪਰ ਉਹਨੂੰ ਲੱਗਦਾ ਵੀ ਜੇ ਮੈਂ ਰਿਪੋਰਟ ਰਾਜਪਾਲ ਸਾਹਿਬ ਨੂੰ ਕਰਦਾ ਸੀ ਤਾਂ ਰਿਪੋਰਟ ਗਾਹਾਂ ਗ੍ਰਹਿ ਮੰਤਰੀ ਕੋ ਜਾਂਦੀ ਸੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਲਈ ਵੀ ਇੱਕ ਸਿਆਸੀ ਜਿਹੜੀ ਜ਼ਮੀਨ ਉਹ ਤਿਆਰ ਆਪਣੇ ਆਪ ਹੀ ਕਰ ਗਿਆ। ਅਸਤੀਫੇ ਵਾਲੀ ਗੱਲ ਉਹਦੀ ਬਣਦੀ ਨਹੀਂ ਸੀਗੀ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈਗਾ ਜਿੱਥੇ ਕਿਸੇ ਅਦਾਲਤ ਨੇ ਇਹੋ ਜਿਹੀਆਂ ਸਿੱਟਾਂ ਨਾ ਭੰਗ ਕੀਤੀਆਂ ਹੋਣ। ਬਹੁਤ ਮਾਮਲੇ ਮਿਲ ਜਾਣਗੇ ਤੁਹਾਨੂੰ ਜਿੱਥੇ ਹਾਈ ਕੋਰਟ ਕੀ, ਸੁਪਰੀਮ ਕੋਰਟ ਕੀ, ਇੱਥੋਂ ਤੱਕ ਕਿ ਸਥਾਨਕ ਅਦਾਲਤ ਜਿਹੜੀ ਜੁਡੀਸ਼ੀਅਲ ਮੈਜਿਸਟ੍ਰੇਟ ਵਾਲੀਆਂ, ਉਹ ਵੀ ਜੇ ਉਹਨਾਂ ਨੂੰ ਲੱਗੇ ਕਿਤੇ ਸ਼ੱਕ ਆ ਤਾਂ ਉਹ SIT ਭੰਗ ਕਰ ਦਿੰਦੀਆਂ। ਉਹ ਵੀ ਉਸ ਅਫਸਰ ਨੂੰ ਪਰੇ ਕਰਨ ਨੂੰ ਕਹਿ ਦਿੰਦੀਆਂ ਭਾਈ ਇਹ ਅਫਸਰ ਮੁੜ ਕੇ ਨਹੀਂ ਚਾਹੀਦਾ ਮੈਨੂੰ। ਤੇ ਇਹ ਕੋਈ ਨਵੀਂ ਗੱਲ ਨਹੀਂ ਸੀ। ਤੇ ਕਿੰਨਿਆਂ ਕੁ ਮਾਮਲੇ 'ਚ ਆਪਾਂ ਦੇਖਿਆ ਵੀ ਇਹੋ ਜਿਹੇ ਅਫਸਰਾਂ ਨੇ ਅਸਤੀਫਾ ਦਿੱਤਾ ਹੋਵੇ। ਇਤੋਂ ਲੱਗਦਾ ਵੀ ਇਹਦਾ ਕੋਈ ਪ੍ਰੀ ਪਲਾਨਡ ਸੀਗਾ ਵੀ ਜੇ ਇਦਾਂ ਹੋਊਗੀ ਤਾਂ ਆਪਾਂ ਛੱਡ ਜੂੰਗਾ ਤਾਂ ਮੈਂ ਮਾੜੀ ਜੀ ਵਾਹ ਬਟੋਰ ਲਊਂਗਾ ਤੇ ਮੇਰੀ ਬੱਲੇ ਬੱਲੇ ਆ, ਮੁੜ ਕੇ ਆਉਣ ਨੂੰ ਮੇਰੀ ਸਿਆਸੀ ਜ਼ਮੀਨ ਤਿਆਰ ਆ। ਬੇਸ਼ੱਕ ਉਹਨੇ ਜੋ ਵੀ ਜਾਂਚ ਕੀਤੀ ਉਹ ਚਾਹੇ ਸਹੀ ਕੀਤੀ ਹੋਵੇ ਚਾਹੇ ਗਲਤ ਕੀਤੀ ਹੋਵੇ, ਉਹ ਅਦਾਲਤ ਨੇ ਦੇਖਣਾ। ਉਹ ਅਦਾਲਤ ਦੇ ਵਿੱਚ ਉਹਦਾ ਚਲਾਨ ਪੇਸ਼ ਹੋਇਆ, ਸਰਕਾਰ ਨੇ ਦੇਖਣਾ ਉੱਤੇ ਕਾਰਵਾਈ ਕੀ ਬਣਦੀ ਆ। ਪਰ ਇਸ ਵੇਲੇ ਜਦੋਂ ਉਹਨੇ ਪੰਜਾਬ ਸਰਕਾਰ ਨੂੰ, ਕਾਂਗਰਸ ਨੂੰ, ਕੈਪਟਨ ਸਾਹਿਬ ਨੂੰ ਬੁਰੀ ਤਰ੍ਹਾਂ ਫਸਾਤਾ, ਜਿੱਥੇ ਉਹਦੀ 2 ਹਫ਼ਤੇ ਪਹਿਲਾਂ ਬੱਲੇ ਬੱਲੇ ਸੀਗੀ
ਵੀ ਆਉਂਦੀਆਂ ਚੋਣਾਂ ਦੇ ਵਿੱਚ ਮੁੜ ਕੇ ਕਾਂਗਰਸ ਬਣੀ ਕਿ ਬਣੀ। ਹੁਣ ਅਕਾਲੀ ਦਲ ਨੂੰ ਪੂਰੀ ਸੰਜੀਵਨੀ ਦੇ ਗਿਆ ਤੇ ਅਕਾਲੀ ਦਲ ਪਹਿਲਾਂ ਹੀ ਇਹਦੇ ਖਿਲਾਫ ਸੀ ਬਹੁਤ। ਜੀ ਤੇ ਹੁਣ ਜਿਹੜੀ ਨਵੀਂ ਸਿੱਟ ਬਣਨੀ ਆ, ਨਵਾਂ ਸਾਰਾ ਕੁਝ ਹੋਣਾ ਆ, ਉਹਦੇ ਲਈ ਸਮਾਂ ਲੱਗਣਾ ਆ। ਤੇ ਫਿਰ ਬੇਸ਼ੱਕ ਕੈਪਟਨ ਸਾਹਿਬ ਵੀ ਕਹਿ ਰਹੇ ਆ ਵੀ ਮੈਂ ਸੁਪਰੀਮ ਕੋਰਟ ਜਾਣ ਨੂੰ ਤਿਆਰ ਆ, ਉਹਦੇ ਲਈ ਵੀ ਤਿਆਰੀ ਹੋ ਰਹੀ ਆ। ਪਰ ਹਾਲ ਦੀ ਘੜੀ ਜਿਹੜਾ ਆ ਉਹ ਜਿੰਨੇ ਕੁ ਪੁਆਇੰਟ ਉਹਦੇ ਕੈਪਟਨ ਸਾਹਿਬ ਦੇ ਬਣੇ ਸੀਗੇ, ਇੱਕ ਤਾਂ ਨਸ਼ਿਆਂ ਕਰਕੇ ਘਟ ਗਏ ਸੀਗੇ, ਜੇ ਉਹਦੀ ਪੂਰਤੀ ਇਹਨਾਂ ਸਿੱਟ ਰਾਹੀਂ ਹੋਣੀ ਸੀਗੀ ਤੇ ਇਸ ਸਿੱਟ ਨੇ ਉਹ ਹੋਰ ਨੰਬਰ ਘਟਾ ਦਿੱਤੇ। ਤੇ ਹੁਣ ਉਹ ਇਸ ਵੇਲੇ ਕੁੜਿੱਕੀ 'ਚ ਫਸੀ ਆ ਤੇ ਕਰੀਏ ਤੇ ਕੀ ਕਰੀਏ। ਸ਼ੇਗਿਲ ਸਾਹਿਬ, ਇਸ ਵੇਲੇ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੇ ਅੰਬਾਰ ਲੱਗੇ ਨੇ ਤੇ ਉੱਤੋਂ ਮੌਸਮ ਨੇ ਵੀ ਆਪਣੇ ਮਿਜ਼ਾਜ ਬਦਲੇ ਨੇ ਤੇ ਕਣਕ ਦੀ ਖਰੀਦ ਦੀ ਚਾਲ ਸੁਸਰੀ ਵਰਗੀ ਆ। ਕਿਸ ਭਾਅ ਵਿਕ ਰਹੀ ਹੈ ਕਿਸਾਨ ਨਾਲ? ਬਿਲਕੁਲ ਜੀ, ਮੌਸਮ ਦਾ ਤਾਂ ਕੀ ਕਹਿਣਾ ਵੀ ਕੁਦਰਤ ਦੀ ਕਰੋਪੀ ਆਪਾਂ ਕਵਾਂਗੇ ਪਿਆ ਇਸ ਵੇਲੇ ਜਿਹੜੀ ਕਿਸਾਨਾਂ ਦੇ ਉੱਤੇ ਪੈ ਰਹੀ ਆ। ਦੋਹਰੀ ਮਾਰ ਹੋ ਗਈ ਜੀ। ਕੁਦਰਤ ਦੀ ਕਰੋਪੀ ਤਾਂ ਆਪਾਂ ਰੋਕ ਨਹੀਂ ਸਕਦੇ, ਉਹ ਤਾਂ ਰੱਬ ਹੀ ਜਾਣਦਾ। ਜਿਹੜੀ ਉਹਨੂੰ ਦੂਸਰੀ ਮਾਰ ਪੈ ਰਹੀ ਆ ਪਏ, ਇੱਕ ਤਾਂ ਸਿੱਧੀ ਅਦਾਇਗੀ ਦਾ ਪੰਗਾ ਪਾਤਾ। ਬਿਲਕੁਲ, ਉਹ ਹੁਣ ਸਰਕਾਰ ਤਾਂ ਕਹਿ ਰਹੀ ਆ ਕਿ ਅਸੀਂ ਪਹਿਲੇ ਹਫਤੇ ਦੇ ਵਿੱਚ ਹੀ 202 ਕਰੋੜ ਪੰਜਾਬ ਦੇ ਕਿਸਾਨਾਂ ਨੂੰ ਟ੍ਰਾਂਸਫਰ ਕਰ ਦਿੱਤੇ। ਉਹਨਾਂ ਨੇ ਹਰਿਆਣੇ ਦਾ ਜ਼ਿਕਰ ਨਹੀਂ ਕੀਤਾ। ਅੱਛਾ, ਸੈਂਟਰ ਗਵਰਨਮੈਂਟ ਨੇ ਅੰਕੜੇ ਜਾਰੀ ਕੀਤੇ ਸੀਗੇ ਵੀ ਪੰਜਾਬ ਦੇ ਕਿਸਾਨਾਂ ਨੂੰ। ਤੇ ਕੀ ਗੱਲ ਹਰਿਆਣੇ ਦੇ ਵਿੱਚ ਸਿੱਧੀ ਅਦਾਇਗੀ ਨਹੀਂ ਸ਼ੁਰੂ ਹੋਈ? ਉਹਦਾ ਅੰਕੜਾ ਕਿਉਂ ਨਹੀਂ ਦਿੱਤਾ ਨਾਲ? ਉਹ ਤਾਂ ਪਹਿਲਾਂ ਹੀ ਕੱਛਾਂ ਵਜਾਉਂਦੇ ਸੀ ਵੀ ਸਾਡੇ ਪਹਿਲਾਂ ਸ਼ੁਰੂ ਹੋ ਗਈ ਆ ਤੇ ਉਹਨਾਂ ਦਾ ਅੰਕੜੇ ਨਹੀਂ ਦਿੱਤੇ। ਤੇ ਫੋਕਸ ਉਹਨਾਂ ਦਾ ਪੰਜਾਬ ਦੇ ਕਿਸਾਨਾਂ ਤੇ ਹੀ ਆ ਵੀ ਤੁਸੀਂ ਨਾਰਾਜ਼ ਬੈਠੇ ਆ, ਅਸੀਂ ਦੇਖੋ ਤੁਹਾਨੂੰ ਸਿੱਧੀ ਅਦਾਇਗੀ ਕਰ ਰਹੇ ਆ। 202 ਦਾ ਅੰਕੜਾ ਪਹਿਲੇ ਹਫਤੇ 'ਚ ਦਿੱਤਾ ਸੀ, 202 ਕਰੋੜ ਦਾ। ਅਸਲੀਅਤ ਕੀ ਆ ਇਹ ਨਹੀਂ ਪਤਾ ਵੀ ਕਿਸੇ ਕਿਸਾਨ ਦੇ ਖਾਤੇ 'ਚ ਆਈ ਵੀ ਕਿ ਨਹੀਂ ਆਈ। ਤੇ ਜੇ ਆਈ ਉਹ ਖੇਤਾਂ ਦੇ ਮਲਕੀਅਤ ਵਾਲਿਆਂ ਦੇ ਆਈ ਆ ਕਿ ਖੇਤੀ ਕਰਨ ਵਾਲੇ ਦੇ ਆਈ ਆ, ਇਹ ਵੀ ਭੰਬਲ ਭੂਸਾ ਆ। ਆੜਤੀਆਂ ਦੀ ਕਿੱਥੇ ਆਈ ਆ? ਕਮਿਸ਼ਨ ਆਇਆ ਆ ਕਿ ਇਹਨਾਂ ਰਾਹੀਂ ਆਈ ਆ? ਕੁਝ ਵੀ ਕਲੀਅਰ ਨਹੀਂ ਹੈ ਸਿਸਟਮੈਟਿਕਲੀ। ਅੰਕੜਾ ਜ਼ਰੂਰ ਜਾਰੀ ਕਰਤਾ, ਆਪਾਂ ਪਹਿਲਾਂ ਵੀ ਗੱਲ ਕਰਦੇ ਆ ਪਏ ਸਰਕਾਰ ਅੰਕੜਿਆਂ ਤੇ ਚੱਲਦੀ ਆ। ਅੰਕੜਾ ਰਿਲੀਜ਼ ਕਰ ਦਿਓ, ਇੰਨੇ ਕਰੋੜ ਅਸੀਂ ਸਿੱਧੀ ਅਦਾਇਗੀ ਦੇ ਦਿੱਤੀ ਤੇ ਕਣਕ ਤਾਂ ਤੁਹਾਡੀ ਮੰਡੀਆਂ ਚੱਲਣ ਡਈ ਆ। ਕਿਸਾਨ ਉੱਥੇ ਡਟੇ ਪਏ ਆ ਵੀ ਚੱਕੇ ਇੱਥੋਂ ਕਣਕ ਚੱਕੀ ਜਾਵੇ ਤੇ ਸਾਨੂੰ ਪੈਸੇ ਮਿਲਣ। ਬਾਰਦਾਨਾ ਤੁਹਾਡੇ ਕੋਲ ਹੈ ਨਹੀਂ। ਜੇ ਬਾਰਦਾਨਾ ਪਹਿਲਾਂ ਆਉਣ ਦੀ ਗੱਲ ਸੀਗੀ ਤੇ ਉਹਦੇ ਲਈ ਟੈਂਡਰ ਹੀ ਪੰਜਾਬ ਸਰਕਾਰ ਨੇ ਨਾ ਲੇਟ ਦਿੱਤਾ ਕਿ ਉਹ ਉਹਦੀ ਪੂਰਤੀ ਨਹੀਂ ਹੋ ਸਕੀ। ਦੇਖੋ 1 ਅਪ੍ਰੈਲ ਨੂੰ ਖਰੀਦ ਸ਼ੁਰੂ ਹੁੰਦੀ ਕਣਕ ਦੀ ਜੀ ਆਮ ਤੌਰ ਤੇ। ਕਰੋਨਾ ਕਰਕੇ ਮੰਨ ਲਓ ਚਲੋ 10 ਦਿਨ ਆਪਾਂ ਲੇਟ ਕਰਤੀ, ਉਹ ਵੀ ਚਲੋ ਸਰਕਾਰ ਨੂੰ ਆਪਾਂ ਛੱਡ ਦਿੰਦੇ ਆ। ਤੁਸੀਂ ਉਹ ਬਾਰਦਾਨੇ ਦਾ ਟੈਂਡਰ ਜਿਹੜਾ 29 ਮਾਰਚ ਨੂੰ ਦੇ ਰਹੇ ਆ, ਇਹਦੇ ਪਿੱਛੇ ਕੀ ਲੌਜਿਕ ਆ? ਜੀ ਪ੍ਰੀ ਪਲਾਨਡ ਹੋ। ਜਿਹੜਾ ਤੁਸੀਂ ਟੈਂਡਰ ਜਨਵਰੀ ਫਰਵਰੀ 'ਚ ਦੇਣਾ ਸੀ, ਉਹ ਤੁਸੀਂ ਖਰੀਦ ਤੋਂ ਇੱਕ ਦਿਨ ਪਹਿਲਾਂ ਦੇ ਰਹੇ ਆ। ਉਹ ਟੈਂਡਰ ਕਦੋਂ ਪਾਸ ਹੋਣਾ, ਕਦੋਂ ਜਾਣਾ? ਉਹ ਮਾਲ ਆਉਣਾ ਸਾਰਾ ਜਿਹੜਾ ਜੂਟ ਆ ਉਹ ਬੰਗਾਲ ਤੋਂ ਆਉਂਦਾ, ਉੱਥੋਂ ਬਾਰਦਾਨਾ ਤਿਆਰ ਹੋ ਕੇ ਆਉਂਦਾ ਤੇ ਇੰਨੇ ਸਮੇਂ ਦੇ ਵਿੱਚ ਇੱਕ ਦਿਨ ਤੇ ਖਰੀਦ ਤੁਸੀਂ ਮੰਨ ਲਓ 10 ਦਿਨ ਲੇਟ ਕਰਤੀ। ਤੇ ਉਹਦੇ ਪਿੱਛੇ ਜੇ ਸਰਕਾਰ ਕਰੋਨਾ ਦਾ ਬੇਸ਼ੱਕ ਕਹੀ ਜਾਵੇ, ਪਰ ਲੋਕਾਂ ਦੇ ਮਨਾਂ 'ਚ ਤਾਂ ਗੱਲ ਖੜਕਦੀ ਆ ਨਾ ਵੀ ਇਹ ਜਿਹੜਾ ਇਹਨਾਂ ਨੇ 10 ਦਿਨ ਲੇਟ ਤਾਂ ਹੀ ਕੀਤਾ ਕਿਉਂਕਿ ਇਹਨਾਂ ਤੋਂ ਬਾਰਦਾਨਾ ਨਹੀਂ ਮੰਗਾ ਹੋਇਆ। ਹੁਣ ਇਹਦੇ ਪਿੱਛੇ ਕੌਣ ਜ਼ਿੰਮੇਵਾਰ ਆ? ਹੁਣ ਉਹਦੇ ਵਿੱਚ ਤਾਂ ਆਉਂਦਾ ਵੀ ਫੂਡ ਤੇ ਸਪਲਾਈ ਵਿਭਾਗ ਦਾ ਡਾਇਰੈਕਟਰ ਜ਼ਿੰਮੇਵਾਰ ਆ ਤੇ ਜਿੰਨਾ ਜ਼ਿੰਮੇਵਾਰ ਡਾਇਰੈਕਟਰ ਆ ਉਹਨਾਂ ਜ਼ਿੰਮੇਵਾਰ ਮੰਤਰੀ ਆ। ਭਾਰਤ ਭੂਸ਼ਣ ਆਸ਼ੂ ਦੇ ਕੋਲ ਮਹਿਕਮਾ ਇਹ। ਕੋਈ ਵੀ ਸਰਕਾਰ ਆ ਪੰਜਾਬ ਦੀ ਪਹਿਲਾਂ ਵੀ ਬਣੀਆਂ ਜਿਹੜੀਆਂ, ਉਹਨਾਂ ਨੂੰ ਪਤਾ ਹੁੰਦਾ ਵੀ ਆਹ ਜਿਹੜੀ ਸੀਜ਼ਨ ਹੁਣ ਕਣਕ ਦੀ ਝੋਨੇ ਦੀ ਖਰੀਦ ਦਾ ਸ਼ੁਰੂ ਹੋਣਾ ਆ, ਉਹਦੀ ਤਿਆਰੀ ਉਹ 3-4 ਮਹੀਨੇ ਪਹਿਲਾਂ ਤੋਂ ਕਰਨੀ ਪੈਂਦੀ ਆ। ਸਾਰਾ ਕੁਝ ਸੈਂਟਰ ਨੂੰ ਦੱਸਣਾ ਪੈਂਦਾ, ਕਿੱਥੋਂ ਬਾਰਦਾਨਾ ਲਿਆਉਣਾ ਆ, ਕੀ ਕਰਨਾ ਆ, ਮੰਡੀਆਂ ਦੀ ਰੱਖ ਰਖਾ ਕੀ ਕਰਨਾ ਆ। ਪਰ ਇਹ ਬੰਦੇ ਜਿਹੜੇ ਆ ਇੱਕ ਦਿਨ ਪਹਿਲਾਂ ਟੈਂਡਰ ਦੇ ਰਹੇ ਆ ਤੇ ਉਹਦੇ ਵਿੱਚ ਜਿੱਦਾਂ ਦਾ ਕੋਈ ਮਿਲਿਆ ਮਾਲ ਕੱਚਾ ਪੱਕਾ ਜਿਹਾ, ਜਿੱਦਾਂ ਦਾ ਵੀ ਟੁੱਟਾ ਭੱਜਾ, ਉਹਦੇ ਬੇਸ ਤੇ ਅਗਲਾ ਟੈਂਡਰ ਦੇਤਾ ਵੀ ਆਹ ਹੀ ਆਣ ਦਿਓ ਮੁੜ ਕੇ। ਹੁਣ ਇੰਨਾ ਬਾਰਦਾਨਾ, ਇੰਨੇ ਲੱਖ ਟਨ ਕਣਕ ਦੀ ਜਿਹੜੀ ਪੈਦਾਵਾਰ ਹੋਣੀ ਆ, ਉਹ ਉਹਨੇ ਬਾਰਦਾਨੇ 'ਚ ਤਾਂ ਸਮੇਟਣੀ ਨਹੀਂ। ਸੋ ਇਸ ਵੇਲੇ ਜਿੱਥੇ ਉਹ ਮੌਸਮ ਤੋਂ ਪਰੇਸ਼ਾਨ ਆ ਕਿਸਾਨ, ਉੱਥੇ ਮੰਡੀਆਂ 'ਚ ਰੁਲ ਰਹੀ ਕਣਕ ਬਾਰਦਾਨੇ ਦੀ ਘਾਟ ਕਰਕੇ ਤੇ ਜਿਹੜੀ ਉਹ ਸਿੱਧੀ ਅਦਾਇਗੀ ਕਰਕੇ ਉਹ ਤੋਂ ਵੀ ਕਿਤੇ ਜ਼ਿਆਦਾ ਪਰੇਸ਼ਾਨ ਆ। ਤੇ ਕਿਸਾਨਾਂ ਦੇ ਪੱਲੇ ਜੋ ਕੁਛ ਆਪਾਂ ਦੇਖਦੇ ਆ ਕੀ ਪੈਂਦਾ, ਮੁੜ ਕੇ ਤਾਂ ਉਹੀ ਗੱਲ ਹੋਣੀ ਆ ਵੀ ਸਵੇਰ ਨੂੰ ਦੇਖੀਏ ਤਾਂ ਮੌਸਮ ਆ ਗਿਆ, ਬੱਦਲੀ ਚੜ੍ਹ ਆਈਆਂ, ਘਟਾਵਾਂ ਆ ਗਈਆਂ, ਤੇ ਦੁਪਹਿਰ ਤੱਕ ਥੋੜਾ ਜਿਹਾ ਮੌਸਮ ਠੀਕ ਹੁੰਦਾ ਤੇ ਮੰਡੀ ਨੂੰ ਤੁਰਦੇ ਆ ਤੇ ਉੱਥੇ ਜਾ ਕੇ ਫਿਰ ਪੱਲੇ ਕੁਛ ਨਹੀਂ ਪੈਂਦਾ, ਕਿਸਾਨ ਫਿਰ ਉਦਾਂ ਦਾ। ਜੀ ਸ਼ੇਗਿਲ ਸਾਹਿਬ, ਤੁਸੀਂ ਸਟੂਡੀਓ 'ਚ ਆਏ ਤੇ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।